हाँ जी, सत श्री अकाल जी साਰਿਆਂ ਨੂੰ। ਗਿਆਨਮ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਭਾਰਤ ਦੇ ਨਿਰਵਾਚਨ ਆਯੋਗ ਬਾਰੇ। ਨਿਰਵਾਚਨ ਆਯੋਗ ਹੋ ਗਿਆ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਅਗਲੇ ਸਾਲ ਤੁਹਾਨੂੰ ਪਤਾ ਜੀ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨ ਹੋਣੇ ਨੇਗੇ ਤੇ ਇਲੈਕਸ਼ਨ ਕਮਿਸ਼ਨ ਦਾ ਇਹਦੇ ਵਿੱਚ ਮੇਜਰ ਰੋਲ ਰਹਿਣਾ ਹੈਗਾ। ਆਪਣੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੇ ਕਈ ਸਾਰੀਆਂ ਡੈਫੀਨੇਸ਼ਨਸ ਨੇ ਜੀ, बट डेमोक्रेसी की टैक्नीकल डेफिनेशन जो कि मतलब लोगों तक डेमोक्रेसी के फायदे पहुँचाने के काम हो गया, लोगों को डेमोक्रेसी के नाल जोड़न का काम हो गया, ये सारे काम ने जिहड़े ये इलैक्शन कमीशन ऑफ इंडिया द्वारा कंडक्ट किए जाते हैं। तो इस दे बारे चर्चा शुरू करते हैं जी। इलैक्शन कमीशन ऑफ इंडिया ये जिहड़ा है जी पहला तो अपने देश के कॉन्स्टिट्यूशन के विच ये एक इंडिपेंडेंट बॉडी के तौर पर मैंशन किया होया जी। ऑटोनोमस इंस्टीट्यूशन है, ऑटोनोमस कॉन्स्टिट्यूशनल इंस्टीट्यूशन। ਇਹਦਾ मतलब की होया जी, पहली की चीज़ ये याद रखियो ਜਿਹੜੀਆਂ भी बॉडीज़ अपने संविधान ਦੇ ਵਿੱਚ दर्ज ने, जिमें इलैक्शन कमीशन हो गया, UPSC हो गया, कैग ਦਾ ऑफिस हो गया, अटॉर्नी जनरल, एडवोकेट जनरल हो गया, तो ये सारिया पोस्ट ਜਿਹੜੀਆਂ ਹੋਣਗੀਆਂ ਇਹ कॉन्स्टिट्यूशनल ऑफिस हो गए। ठीक है जी। इस तो इलावा ਜਿਹੜੇ नीति आयोग हो गया, इदां ਦੀਆਂ बॉडीज़ ने ਜਿਹੜੀਆਂ ਇਹ ਆਪਣੀਆਂ नॉन कॉन्स्टिट्यूशनल नॉन स्टैचूटरी बॉडीज़ हो गई। ठीक है जी। और ਇਹਦੇ ਵਿੱਚ ਕੀ ਆਇਆ, ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਇਹਦੀ ਜ਼ਿੰਮੇਵਾਰੀ ਹੈਗੀ ਹੈ ਕਿ ਇਹਨੇ ਕੇਂਦਰ ਅਤੇ ਰਾਜਾਂ ਦੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਕੰਡਕਟ ਕਰਵਾਉਣਾ ਹੁੰਦਾ ਹੈ। ਸੈਂਟਰ ਦੇ ਜਿਹੜੇ ਹੋਗੇ ਜੀ ਆਪਣੇ ਐਮਪੀਜ਼ ਦੇ ਇਲੈਕਸ਼ਨ ਹੋਗੇ ਅਤੇ ਸਟੇਟ ਲੈਵਲ ਤੇ ਜਿਹੜਾ ਹੈ ਆਪਣੇ ਐਮਐਲਏਜ਼ ਦੇ ਜਿਹੜੇ ਇਲੈਕਸ਼ਨ ਹੋਣਗੇ ਉਹਨਾਂ ਨੂੰ ਕੰਡਕਟ ਕਰਵਾਉਣ ਦਾ ਕੰਮ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ। ਇੱਕ ਚੀਜ਼ ਯਾਦ ਰੱਖਿਓ ਜੀ, ਜਦੋਂ ਆਪਣਾ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਇਹ 25 ਜਨਵਰੀ 1950 ਨੂੰ ਐਗਜ਼ਿਸਟੈਂਸ ਦੇ ਵਿੱਚ ਆ ਗਿਆ। ठीक है जी। तो इस दिन ਨੂੰ ਆਪਾਂ ਅੱਜ ਦੀ ਡੇਟ ਦੇ ਵਿੱਚ ਨੈਸ਼ਨਲ ਵੋਟਰਸ ਡੇ ਦੇ ਤੌਰ ਤੇ ਵੀ ਮਨਾਉਂਦੇ ਹੈਗੇ ਆ। ਜਦੋਂ 25 ਜਨਵਰੀ 1950 ਨੂੰ ਆਪਣਾ ਇਲੈਕਸ਼ਨ ਕਮਿਸ਼ਨ ਵਰਕਿੰਗ ਦੇ ਵਿੱਚ ਆਇਆ, ਉਸ ਟਾਈਮ ਤੇ ਆਪਣੇ ਦੇਸ਼ ਦਾ ਸਿਰਫ ਇੱਕ ਇਲੈਕਸ਼ਨ ਕਮਿਸ਼ਨਰ ਸੀਗਾ ਤੇ ਇੱਕ ਇਲੈਕਸ਼ਨ ਕਮਿਸ਼ਨ ਸੀਗਾ। ਮਤਲਬ ਨਿਰਵਾਚਨ ਆਯੋਗ ਪੂਰੇ ਭਾਰਤ ਦੇ ਇਲੈਕਸ਼ਨ ਕੰਡਕਟ ਕਰਵਾਉਣ ਦਾ ਕੰਮ ਕਰਦਾ ਸੀ। ਬਟ ਤੇ ਨਿਰਵਾਚਨ ਆਯੋਗ ਦਾ ਮੇਨ ਪਰਪਸ ਕੀ ਹੈ ਜੀ, ਇਹਨੇ ਜਿਹੜਾ ਹੈਗਾ ਆਪਣੇ ਪਾਰਲੀਮੈਂਟ ਦੇ ਇਲੈਕਸ਼ਨ ਹੋਗੇ, ਪਾਰਲੀਮੈਂਟ ਦੇ ਇਲੈਕਸ਼ਨ ਤੋਂ ਇਲਾਵਾ ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਹੋਣਗੇ ਉਹਨਾਂ ਨੂੰ ਕੰਡਕਟ ਕਰਵਾਉਣ ਦਾ ਕੰਮ ਜਿਹੜਾ ਹੈ ਆਪਣਾ ਇਲੈਕਸ਼ਨ ਕਮਿਸ਼ਨ ਕਰੇਗਾ। ਹੁਣ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋਗੇ, ਰਾਜ ਸਭਾ ਦੇ ਇਲੈਕਸ਼ਨ ਹੋਗੇ, ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੇ ਇਲੈਕਸ਼ਨ ਹੋਗੇ। ਇਸ ਤੋਂ ਇਲਾਵਾ ਜਿਹੜਾ ਹੈ ਜੀ ਰਾਸ਼ਟਰਪਤੀ ਤੇ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਦੇ ਚੋਣਾਂ ਵੀ ਜਿਹੜੀਆਂ ਨੇ ਨਿਰਵਾਚਨ ਆਯੋਗ ਹੀ ਕਰਵਾਏਗਾ। ਇਹਦੇ ਵਿੱਚ ਕੀ ਆ ਜਾਂਦਾ ਜੀ, ਇੱਕ ਚੀਜ਼ ਯਾਦ ਰੱਖਣਾ, 73rd ਅਮੈਂਡਮੈਂਟ ਦੇ ਨਾਲ ਆਪਾਂ ਨੇ 73rd ਅਮੈਂਡਮੈਂਟ 1992 ਤੇ 74th ਅਮੈਂਡਮੈਂਟ ਐਕਟ ਇਹ ਵੀ 1992। 73rd ਦੇ ਨਾਲ ਆਪਾਂ ਨੇ ਪੰਚਾਇਤਾਂ ਨੂੰ ਆਪਣੇ ਕਨਸਟੀਟਿਊਸ਼ਨ 'ਚ ਜੋੜਿਆ ਤੇ 74th ਦੇ ਨਾਲ ਮਿਊਨਿਸਪੈਲਿਟੀਜ਼ ਨੂੰ ਜੋੜਿਆ ਹੈਗਾ। ਇਹਨਾਂ ਦੇ ਜਿਹੜੇ ਇਲੈਕਸ਼ਨ ਹੋਣਗੇ ਇਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੰਡਕਟ ਨਹੀਂ ਕਰਵਾਏਗਾ, ਇਹਨਾਂ ਲਈ ਇੱਕ ਸੈਪਰੇਟ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਪੋਸਟ ਹੈ ਜਿਹੜੀ ਇਹ ਕ੍ਰੀਏਟ ਕੀਤੀ ਗਈ ਹੈਗੀ ਹੈ। ਸਟੇਟ ਇਲੈਕਸ਼ਨ ਕਮਿਸ਼ਨਰ ਦੀ ਜਿਹੜੀ ਪੋਸਟ ਹੈਗੀ ਇਹਦੀ ਇਹ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਹੀਂ ਸੀ, ਇਹ ਬਾਅਦ ਦੇ ਵਿੱਚ ਆਪਾਂ ਨੇ ਇਹਦੇ ਨਾਲ ਜੋੜੀ ਹੈਗੀ ਹੈ। ਤੇ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਹੀ ਜ਼ਿੰਮੇਵਾਰੀ ਹੈ ਕਿ ਇਹ ਪੰਚਾਇਤ ਦੇ ਇਲੈਕਸ਼ਨ ਹੋਗੇ ਤੇ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਹੋਗੇ, ਇਹਨਾਂ ਦੇ ਬਾਰੇ ਜਿਹੜਾ ਹੈ ਇਲੈਕਸ਼ਨ ਕੰਡਕਟ ਕਰਵਾਉਣ ਦੀ ਜ਼ਿੰਮੇਵਾਰੀ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਹੋਏਗੀ। ਤੇ ਆਪਣੇ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਆਪਾਂ ਗੱਲ ਕਰੀਏ, ਪੰਜਾਬ ਦੇ ਅਗਰ ਸਟੇਟ ਪੰਚਾਇਤ ਜਾਂ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਕੰਡਕਟ ਕਰਵਾਉਣ ਵਾਲੀ ਬੋਡੀ ਜਿਹੜੀ ਹੋਗੀ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਹੋਏਗਾ। ਇਸੇ ਤਰ੍ਹਾਂ ਹਰੇਕ ਸਟੇਟ ਦਾ ਵੀ ਆਪਦਾ ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਹੋਏਗਾ। ਠੀਕ ਹੈ ਜੀ, ਇਹ ਚੀਜ਼ ਹੋਗੀ। ਨੈਕਸਟ ਆਇਆ ਜੀ ਆਪਣੇ ਲਵੇ ਆਪਣੇ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਇਹਦਾ ਜ਼ਿਕਰ ਆਉਂਦਾ, ਤੇ ਇਹ ਚੀਜ਼ ਯਾਦ ਰੱਖਿਓ ਜੀ, ਆਪਣੇ ਕਨਸਟੀਟਿਊਸ਼ਨ ਦੇ ਪਾਰਟ 15 ਦਾ ਨਾਮ ਹੈਗਾ ਇਲੈਕਸ਼ਨ। ਠੀਕ ਹੈ ਜੀ। ਕਨਸਟੀਟਿਊਸ਼ਨ ਦੇ ਪਾਰਟ 15 ਹੈਗਾ, ਉਸਦਾ ਨਾਮ ਹੈਗਾ ਇਲੈਕਸ਼ਨ। ਤੇ ਇਹ ਜਿਹੜਾ ਹੈ ਇਹ ਡੀਲ ਕਰਦਾ ਹੈਗਾ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੋ ਗਿਆ ਜਾਂ ਇਹ ਕਮਿਸ਼ਨ ਦੀਆਂ ਪਾਵਰਸ ਕੀ ਹੋਣਗੀਆਂ, ਇਹਨਾਂ ਦੇ ਫੰਕਸ਼ਨ ਕੀ ਹੋਣਗੇ, ਇਹਦੇ ਬਾਰੇ ਸਾਰਾ ਜਿਹੜਾ ਹੈ ਇਹਦੇ 'ਚ ਹੀ ਜ਼ਿਕਰ ਕੀਤਾ ਹੋਇਆ। ਤੇ ਪਾਰਟ 15 ਜਿਹੜਾ ਹੈ ਇਹਦੇ ਵਿੱਚ ਅਗਰ ਪੁੱਛਿਆ ਜਾਵੇ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਚੱਲਦੇ ਨੇ, 324 ਤੋਂ ਲੈ ਕੇ 329 ਤੱਕ ਜਿਹੜਾ ਹੈ ਜੀ ਇਹਦੇ ਵਿੱਚ ਆਪਣੇ ਆਰਟੀਕਲ ਚੱਲਦੇ ਨੇਗੇ। ਨੈਕਸਟ ਆਇਆ ਜੀ ਆਪਣੇ ਲਵੇ ਪਹਿਲਾ ਆਇਆ ਆਰਟੀਕਲ 324। ਇੱਕ ਚੀਜ਼ ਯਾਦ ਰੱਖਣਾ ਜੀ, ਆਰਟੀਕਲ 324 ਜਿਹੜਾ ਹੈ ਇਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਬਾਰੇ ਹੀ ਰੈਫਰੈਂਸ ਦਿੱਤਾ ਹੋਇਆ ਹੈਗਾ ਕਿ ਭਾਰਤ ਦਾ ਇੱਕ ਇਲੈਕਸ਼ਨ ਕਮਿਸ਼ਨ ਹੋਏਗਾ। ਇਸ ਤੋਂ ਇਲਾਵਾ ਕੀ ਹੈ ਜੀ, ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀ ਸੁਪਰੀਡੈਂਸੈਂਸ ਦੀਆਂ ਪਾਵਰ, ਇਹਨਾਂ ਦੀ ਡਾਇਰੈਕਸ਼ਨ ਤੇ ਇਹਨਾਂ ਦੇ ਕੰਟਰੋਲ ਜਿਹੜਾ ਇਹ ਇਲੈਕਸ਼ਨ ਦੇ ਟਾਈਮ ਤੇ ਐਕਸਰਸਾਈਜ਼ ਕਰ ਰਹੇ ਹੋਣਗੇ, ਇਹਨਾਂ ਦੇ ਫੰਕਸ਼ਨਸ ਦੇ ਬਾਰੇ ਗੱਲ ਕੀਤੀ ਹੋਈ ਹੈਗੀ ਹੈ।
ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਸਿਰਫ ਔਰ ਸਿਰਫ ਆਰਟੀਕਲ 324 ਦੇ ਵਿੱਚ ਹੀ ਮੈਂਸ਼ਨ ਹੈਗਾ ਜੀ। ਨੈਕਸਟ ਹੈ ਜੀ ਆਰਟੀਕਲ 325, ਜਿਹੜਾ ਆਪਣੇ ਦੇਸ਼ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਹੈ ਇਨਐਲੀਜੀਬਲ ਨਹੀਂ ਹੋਏਗਾ ਔਨ ਦਾ ਬੇਸਿਸ ਆਫ ਰਿਲੀਜਨ, ਰੇਸ, ਕਾਸਟ, ਸੈਕਸ। ਮਤਲਬ ਕੀ ਹੋਇਆ ਜੀ ਕਿ ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਕਿਸੇ ਦੀ ਨਸਲ ਦੇ ਆਧਾਰ ਤੇ, ਕਿਸੇ ਦੇ ਜੈਂਡਰ ਦੇ ਬੇਸ ਤੇ ਜਿਹੜਾ ਹੈ ਕੋਈ ਸੈਪਰੇਟ ਇਲੈਕਟੋਰੇਟ ਨਹੀਂ, ਸੌਰੀ ਕੋਈ ਸੈਪਰੇਟ ਮਤਲਬ ਕੀ ਹੈ ਜੀ, ਕੋਈ ਅਲੱਗ ਤੋਂ ਜਿਹੜਾ ਹੈ ਇਨਕਲੂਜਨ ਨਹੀਂ ਕੀਤੀ ਜਾਊਗੀ ਕਿਸੇ ਹੋਰ ਕੈਟੇਗਰੀ ਲਈ, ਇਦਾਂ ਦਾ ਕੋਈ ਪ੍ਰੋਸੀਜਰ ਜਾਂ ਇਲੈਕਟੋਰਲ ਰੋਲ ਨਹੀਂ ਤਿਆਰ ਕੀਤਾ ਜਾਊਗਾ। ਨੈਕਸਟ ਆਇਆ ਜੀ ਆਰਟੀਕਲ 326, ਇਹਦੇ ਵਿੱਚ ਕੀ ਕਿਹਾ ਗਿਆ ਵੀ ਜਿਹੜੇ ਆਪਣੇ ਐਮਪੀਜ਼ ਦੇ ਇਲੈਕਸ਼ਨ ਹੋਣਗੇ, ਐਮਪੀ ਕਿਹੜੇ ਹੋ ਗਏ ਜੀ, ਲੋਕ ਸਭਾ ਜਾਂ ਰਾਜ ਸਭਾ ਦੇ, ਇਹਨਾਂ ਦੇ ਇਲੈਕਸ਼ਨ ਹੋ ਗਏ। ਇਸ ਤੋਂ ਇਲਾਵਾ ਜਿਹੜੇ ਐਮਐਲਏ ਦੇ ਇਲੈਕਸ਼ਨ ਹੋਣਗੇ, ਇਹਨਾਂ ਦੇ ਵਿੱਚ ਜਿਹੜਾ ਹੈ ਆਪਾਂ ਨੇ ਯੂਨੀਵਰਸਲ ਅਡਲਟ ਸਫਰੇਜ ਦੇ ਬੇਸ ਤੇ ਇਲੈਕਸ਼ਨ ਕੰਡਕਟ ਕਰਵਾਣੇ ਹੋਣਗੇ। ਯੂਨੀਵਰਸਲ ਅਡਲਟ ਸਫਰੇਜ ਦਾ ਕੀ ਮਤਲਬ ਆਇਆ ਜੀ ਕਿ ਜਿਹੜਾ ਵੀ ਪਰਸਨ 18 ਸਾਲ ਤੋਂ ਉੱਤੇ ਦਾ ਹੋ ਗਿਆ, 18 ਪਲੱਸ ਹੋ ਗਿਆ, ਉਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ। ਇਹ ਚੀਜ਼ ਵੀ ਯਾਦ ਰੱਖਣਾ ਜੀ, ਜਦੋਂ ਆਪਣਾ ਕਨਸਟੀਟਿਊਸ਼ਨ ਫੋਰਸ ਦੇ ਵਿੱਚ ਆਏਗਾ, ਆਪਾਂ ਨੇ ਆਪਣਾ ਕਨਸਟੀਟਿਊਸ਼ਨ ਜਿਹੜਾ ਹੈ ਲਾਗੂ ਕੀਤਾ, ਉਸ ਟਾਈਮ ਤੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਵੋਟ ਪਾਉਣ ਦੀ ਉਮਰ ਹੈ ਜਿਹੜੀ ਉਹ 21 ਸਾਲ ਰੱਖੀ ਗਈ ਸੀ। 21 ਸਾਲ ਦਾ ਬੰਦਾ ਹੀ ਵੋਟ ਪਾ ਸਕਦਾ ਸੀ, ਜਿਹੜੀ ਅੱਜ ਦੀ ਡੇਟ ਦੇ ਵਿੱਚ ਇਹਦੀ ਉਮਰ ਹੈ ਜਿਹੜੀ 18 ਸਾਲ ਰੱਖੀ ਗਈ ਹੈ। ਬਟ 21 ਸਾਲ ਤੋਂ ਦੀ ਆਪਾਂ ਨੇ ਇਹ 18 ਸਾਲ ਉਮਰ ਘਟਾਈ ਹੈਗੀ ਹੈ 61st ਅਮੈਂਡਮੈਂਟ ਐਕਟ 1989 ਦੇ ਨਾਲ। ਠੀਕ ਹੈ ਜੀ, ਇਹ ਅਮੈਂਡਮੈਂਟ ਦੇ ਨਾਲ ਆਪਾਂ ਨੇ ਜਿਹੜੀ ਵੋਟ ਪਾਉਣ ਦੀ ਉਮਰ ਹੈ ਉਹ 21 ਸਾਲ ਤੋਂ ਘਟਾ ਕੇ ਜਿਹੜਾ ਹੈ 18 ਸਾਲ ਕੀਤੀ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਕੋਈ ਵੀ ਬੰਦਾ ਜਿਹੜਾ 18 ਸਾਲ ਤੋਂ ਅਬਵ ਏਜ ਦਾ ਹੋਊਗਾ, ਉਹ ਬੰਦਾ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਕੰਮ ਕਰ ਰਿਹਾ ਹੋਊਗਾ। ਹੁਣ ਨੈਕਸਟ ਆਪਣੇ ਕੋਲ ਆਇਆ ਜੀ ਆਰਟੀਕਲ 327। ਆਰਟੀਕਲ 327 ਕਹਿੰਦਾ ਪਾਵਰ ਆਫ ਪਾਰਲੀਮੈਂਟ ਟੂ ਮੇਕ ਪ੍ਰੋਵੀਜ਼ਨ ਵਿਦ ਰਿਸਪੈਕਟ ਟੂ ਇਲੈਕਸ਼ਨ ਟੂ ਦ ਲੈਜਿਸਲੇਚਰਸ। ਕਿ ਪਾਰਲੀਮੈਂਟ ਦੀ ਪਾਵਰ ਹੈਗੀ ਹੈ ਕਿ ਉਹ ਜਿਹੜਾ ਹੈ ਲੈਜਿਸਲੇਚਰ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਕੋਈ ਵੀ ਪ੍ਰੋਵੀਜ਼ਨ ਤਿਆਰ ਕਰ ਸਕਦੇ ਨੇਗੇ। ਇਸ ਤੋਂ ਇਲਾਵਾ ਕੀ ਹੈ ਜੀ ਆਰਟੀਕਲ 328 ਦੇ ਵਿੱਚ ਆ ਗਿਆ ਕਿ ਜਿਹੜੀ ਹੈ ਪਾਵਰ ਆਫ ਸਟੇਟ ਲੈਜਿਸਲੇਚਰ ਟੂ ਮੇਕ ਪ੍ਰੋਵੀਜ਼ਨ ਵਿਦ ਰਿਸਪੈਕਟ ਟੂ ਇਲੈਕਸ਼ਨ ਆਫ ਸਚ ਸਟੇਟ ਲੈਜਿਸਲੇਚਰ। ਮਤਲਬ ਕਿ ਰਾਜ ਵਿਧਾਨ ਸਭਾਵਾਂ ਦੀ ਪਾਵਰ ਹੈਗੀ ਹੈ ਕਿ ਉਹ ਜਿਹੜਾ ਹੈ ਆਪਣੀ ਸਟੇਟ ਲੈਜਿਸਲੇਚਰ ਦੇ ਇਲੈਕਸ਼ਨ ਦੇ ਰਿਗਾਰਡਿੰਗ ਕੁਝ ਵੀ ਰੂਲਸ ਐਂਡ ਰੈਗੂਲੇਸ਼ਨ ਫਰੇਮ ਕਰ ਸਕਦੇ ਨੇ। ਜਿਵੇਂ ਪੰਚਾਇਤ ਦੇ ਇਲੈਕਸ਼ਨ ਜਾਂ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਰੂਲਸ ਐਂਡ ਰੈਗੂਲੇਸ਼ਨ ਸਟੇਟ ਲੈਜਿਸਲੇਚਰ ਆਪਦੇ ਅਕੋਰਡਿੰਗ ਗਵਰਨ ਕਰ ਸਕਦੇ ਨੇ, ਫਰੇਮ ਕਰ ਸਕਦੇ ਨੇ। ਤੇ 329 ਚ ਆਇਆ ਜੀ ਬਾਰ ਟੂ ਇੰਟਰਫੇਰੈਂਸ ਬਾਈ ਕੋਰਟ ਇਨ ਇਲੈਕਟੋਰਲ ਮੈਟਰਸ। ਮਤਲਬ ਕਿ ਇਲੈਕਸ਼ਨ ਦੇ ਮੁੱਦਿਆਂ ਦੇ ਵਿੱਚ ਜਿਹੜਾ ਹੈ ਕੋਰਟ ਦੀ ਦਖਲਅੰਦਾਜ਼ੀ ਨਾ ਕੀਤੀ ਜਾਵੇ, ਇਹਦੇ ਬਾਰੇ ਜਿਹੜਾ ਹੈ ਕੋਰਟ ਦੀ ਪਾਵਰਸ ਤੇ ਜਾਂ ਕੋਰਟ ਦੇ ਉੱਤੇ ਥੋੜੀ ਬਹੁਤ ਲਿਮਿਟੇਸ਼ਨ ਜਾਂ ਰਿਸਟ੍ਰਿਕਸ਼ਨ ਲਗਾਈ ਗਈ ਹੈਗੀ ਆ। ਹੁਣ ਇਲੈਕਸ਼ਨ ਕਮਿਸ਼ਨ ਦੇ ਬਾਰੇ ਕੀ ਹੈ ਜੀ, ਜਦੋਂ ਆਪਣਾ 25 ਜਨਵਰੀ 1950 ਨੂੰ ਆਪਣਾ ਇਲੈਕਸ਼ਨ ਕਮਿਸ਼ਨ ਵਰਕਿੰਗ 'ਚ ਆਇਆ ਜੀ, ਉਸ ਟਾਈਮ ਤੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਇੱਕ ਹੀ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਸੀਗੇ। ਹੁਣ ਜਿਵੇਂ ਜਿਵੇਂ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨਸ ਦਾ ਬਰਡਨ ਵੱਧਦਾ ਗਿਆ ਜੀ, ਇਲੈਕਸ਼ਨਸ ਦਾ ਭਾਰ ਵੱਧਦਾ ਗਿਆ ਹੈਗਾ, ਤਾਂ ਉਸ ਦੇ ਨਾਲ ਕੀ ਹੋਇਆ ਟਾਈਮ ਟੂ ਟਾਈਮ ਜਿਹੜਾ ਹੈ ਮਤਲਬ ਇਹਨਾਂ ਦਾ ਨੰਬਰ ਇਨਕਰੀਜ਼ ਕੀਤਾ ਗਿਆ। ਪਹਿਲੀ ਗੱਲ ਕੀ ਹੈ ਕਿ ਪ੍ਰੈਸੀਡੈਂਟ ਨੇ ਕੀ ਕੀਤਾ ਜੀ, ਪ੍ਰੈਸੀਡੈਂਟ ਨੇ ਜਿਹੜੀ ਆਪਾਂ ਹੁਣੀ ਪੜ੍ਹ ਕੇ ਆਏ ਹਾਂ 61st ਅਮੈਂਡਮੈਂਟ ਐਕਟ 1989 ਦੇ ਨਾਲ ਕੀ ਕੀਤਾ ਗਿਆ, ਜਿਹੜੀ ਚੀਫ ਇਲੈਕਸ਼ਨ ਕਮਿਸ਼ਨਰਸ ਦੀ ਇੱਕ ਦੀ ਬੋਡੀ ਸੀ ਇਹਨੂੰ ਇਨਕਰੀਜ਼ ਕਰਕੇ ਮਤਲਬ ਇਹਦੇ ਵਿੱਚ 2 ਐਕਸਟਰਾ ਮੈਂਬਰ ਜਾਂ 2 ਇਲੈਕਸ਼ਨ ਕਮਿਸ਼ਨਰਸ ਹੋਰ ਐਡ ਕੀਤੇ ਗਏ 1989 ਦੇ ਵਿੱਚ। ਠੀਕ ਹੈ ਜੀ, ਬਟ 1990 ਦੇ ਵਿੱਚ ਹੀ 1990 ਦੇ ਵਿੱਚ ਹੀ ਜਾ ਕੇ ਜਿਹੜਾ ਹੈ ਇਹਨਾਂ ਨੂੰ ਹਟਾ ਦਿੱਤਾ ਗਿਆ, ਰਿਮੂਵ ਕਰਤੇ ਜਿਹੜੇ ਇਹ 2 ਬੰਦੇ ਆਪਾਂ ਨੇ ਐਕਸਟਰਾ ਐਡ ਕੀਤੇ ਸੀ। ਬਟ ਬਾਅਦ ਦੇ ਵਿੱਚ ਕੀ ਕੀਤਾ ਗਿਆ ਜੀ 1993 ਤੋਂ ਬਾਅਦ ਜਿਹੜਾ ਹੈ ਇਹ ਮੈਂਬਰਸ ਨੂੰ ਦੁਬਾਰਾ ਤੋਂ ਇੰਟਰੋਡਿਊਸ ਕੀਤਾ ਗਿਆ ਹੈਗਾ। ਤੇ ਅੱਜ ਦੀ ਡੇਟ ਦੇ ਵਿੱਚ ਅਗਰ ਪੁੱਛਿਆ ਜਾਵੇ ਵੀ ਇਲੈਕਸ਼ਨ ਕਮਿਸ਼ਨਰ ਕਿੰਨੇ ਮੈਂਬਰਸ ਦੀ ਬੋਡੀ ਹੋਏਗੀ, ਤਾਂ ਇਹਦੇ ਵਿੱਚ ਟੋਟਲ 3 ਮੈਂਬਰਸ ਹੋਣਗੇ ਜੀ। ਇਹਨਾਂ ਦੇ ਵਿੱਚੋਂ ਇੱਕ ਮੈਂਬਰ ਤਾਂ ਜਿਹੜਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਹੋਏਗਾ ਤੇ 2 ਮੈਂਬਰ ਨੇ ਜਿਹੜੇ ਇਹ ਇਲੈਕਸ਼ਨ ਕਮਿਸ਼ਨਰ ਹੋਣਗੇ। ਤੇ ਮਤਲਬ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਇਹਨਾਂ ਦੀ ਜਿਹੜੀ ਸੈਲਰੀ ਵਗੈਰਾ ਹੋਏਗੀ ਇਹ ਸੁਪਰੀਮ ਕੋਰਟ ਦੇ ਜੱਜਿਸ ਦੇ ਬਰਾਬਰ ਦੀ ਹੀ ਚੱਲ ਰਹੀ ਹੋਏਗੀ। ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜੱਜਿਸ ਦੀ ਅਗਰ ਆਪਾਂ ਸੈਲਰੀ ਦੀ ਗੱਲ ਕਰੀਏ, ਇਹਨਾਂ ਦੀ ਸੈਲਰੀ ਚੱਲਦੀ ਹੈ ਜੀ 2.5 ਲੱਖ ਰੁਪਏ, ਤਾਂ ਜਿਹੜੇ ਚੀਫ ਇਲੈਕਸ਼ਨਰ ਕਮਿਸ਼ਨਰ ਹੋਏ ਜਾਂ ਇਲੈਕਸ਼ਨ ਕਮਿਸ਼ਨ ਹੋਏ ਇਹਨਾਂ ਦੀ ਜਿਹੜੀ ਸੈਲਰੀ ਹੋਏਗੀ ਇਹ ਵੀ 2.5 ਲੱਖ ਦੇ ਕਰੀਬ ਹੀ ਚੱਲ ਰਹੀ ਹੋਏਗੀ। ਤੇ ਇੱਕ ਚੀਜ਼ ਹੋਰ ਹੈ ਜੀ, ਇਹਨਾਂ ਦੇ ਵਿੱਚ ਜਿਹੜਾ ਹੈ ਹੁਣ ਮਤਲਬ ਟਾਈਮ ਟੂ ਟਾਈਮ ਇਹ ਅਲੱਗ-ਅਲੱਗ ਗਵਰਨਮੈਂਟਸ ਦੀਆਂ ਰეკਮੈਂਡੇਸ਼ਨ ਨੇਗੀਆਂ ਵੀ ਆਪਾਂ ਨੂੰ ਜਿਹੜਾ ਹੈ ਇਹ ਅਗਰ ਪੁੱਛਿਆ ਜਾਵੇ ਵੀ ਇਹ ਸਿੰਗਲ ਬੋਡੀ ਹੈ, ਮਲਟੀ ਮੈਂਬਰ ਬੋਡੀ ਹੈ, ਤਾਂ ਅੱਜ ਦੀ ਡੇਟ 'ਚ ਇਹ ਮਲਟੀ ਮੈਂਬਰ ਬੋਡੀ ਹੈ। ਔਰ ਇਸ ਦੇ ਵਿੱਚ ਅਗਰ ਨੰਬਰ ਆਫ ਮੈਂਬਰਸ ਅਗਰ ਫਿਊਚਰ ਦੇ ਵਿੱਚ ਇਨਕਰੀਜ਼ ਕਰਨੇ ਹੋਣ ਤਾਂ ਕੌਣ ਕਰ ਸਕਦਾ, ਤਾਂ ਉਹ ਵੀ ਪ੍ਰੈਜ਼ੀਡੈਂਟ ਹੀ ਕਰੇਗਾ। ਤੇ
ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੰਸਿਸਟ ਆਫ ਚੀਫ ਇਲੈਕਸ਼ਨ ਕਮਿਸ਼ਨਰ ਐਂਡ ਸਚ ਮੈਂਬਰਸ ਆਫ ਅਦਰ ਇਲੈਕਸ਼ਨ ਕਮਿਸ਼ਨਰ ਇਫ ਐਜ਼ ਦ ਪ੍ਰੈਸੀਡੈਂਟ ਮੇ ਫਰੋਮ ਟਾਈਮ ਟੂ ਟਾਈਮ ਫਿਕਸ। मतलब कि है जी ਪ੍ਰੈਸੀਡੈਂਟ ਅਗਰ ਚਾਹੇ ਤਾਂ ਟਾਈਮ ਟੂ ਟਾਈਮ ਜਿਹੜਾ ਹੈ ਇਹਨਾਂ ਦਾ ਨੰਬਰ ਇਨਕਰੀਜ਼ ਕਰ ਸਕਦਾ। ਜਿਸ ਤਰ੍ਹਾਂ ਆਪਾਂ ਨੇ ਦੇਖਿਆ ਪਹਿਲਾਂ ਇੱਕ ਮੈਂਬਰ ਸੀਗਾ, ਅੱਜ ਦੀ ਡੇਟ ਦੇ ਵਿੱਚ 3 ਮੈਂਬਰ ਨੇ। ਇਨ ਫਿਊਚਰ ਅਗਰ ਆਪਾਂ ਨੇ ਇਹਨਾਂ ਦਾ ਨੰਬਰ ਇਨਕਰੀਜ਼ ਕਰਨਾ ਹੋਵੇ ਤਾਂ ਇਹਨਾਂ ਦਾ ਨੰਬਰ ਵੀ ਫਿਰ ਇਨਕਰੀਜ਼ ਕੀਤਾ ਜਾ ਸਕਦਾ ਹੈਗਾ, ਠੀਕ ਹੈ ਜੀ। ਤੇ ਅੱਜ ਦੀ ਡੇਟ ਦੇ ਵਿੱਚ ਇਟ ਕੰਸਿਸਟ ਆਫ 1 ਚੀਫ ਇਲੈਕਸ਼ਨ ਕਮਿਸ਼ਨਰ ਐਂਡ 2 ਇਲੈਕਸ਼ਨ ਕਮਿਸ਼ਨਰਸ। ਔਰ ਇੱਕ ਚੀਜ਼ ਇਹ ਵੀ ਯਾਦ ਰੱਖਣਾ ਜੀ, ਕੋਈ ਇਦਾਂ ਦਾ ਹੈ ਇਦਾਂ ਨਹੀਂ ਹੈਗਾ ਵੀ ਇਹ ਚੀਫ ਇਲੈਕਸ਼ਨ ਕਮਿਸ਼ਨਰ ਦੇ ਸਬੋਰਡੀਨੇਟ ਹੋਣਗੇ, ਇਹ ਤਿੰਨੇ ਜਿਹੜੇ ਨੇ ਇੱਕੋ ਬਰਾਬਰ ਤੇ ਹੋਣਗੇ, ਇਹ ਚੀਜ਼ ਹੈਗੀ ਹੈ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਆਪਣੇ ਇਲੈਕਸ਼ਨ ਕਮਿਸ਼ਨਰ ਨੇ ਜੀ ਉਹ ਇਹ ਪਰਸਨ ਨੇ, ਇਹਨਾਂ ਦਾ ਨਾਮ ਹੈਗਾ ਰਾਜੀਵ ਕੁਮਾਰ। ਅਗਰ ਪੁੱਛਿਆ ਜਾਏ ਕਿੰਨਵੇਂ ਨੰਬਰ ਦੇ ਇਹ ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ 25th ਇਲੈਕਸ਼ਨ ਕਮਿਸ਼ਨਰ ਨੇ ਜੀ, ਇਹਨਾਂ ਦਾ ਨਾਮ ਹੈਗਾ ਰਾਜੀਵ ਕੁਮਾਰ। ਹੁਣ ਨੈਕਸਟ ਆਇਆ ਜੀ ਜਿਹੜੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਹੋਣਗੇ, ਇਹਨਾਂ ਦੀ ਅਪਾਇੰਟਮੈਂਟ ਜਾਂ ਇਹਨਾਂ ਦਾ ਟੈਨਿਓਰ ਕੀ ਹੋਏਗਾ। ਜਿਹੜੇ ਪ੍ਰੈਸੀਡੈਂਟ ਨੇ ਜੀ, ਪ੍ਰੈਸੀਡੈਂਟ ਹੀ ਇਹਨਾਂ ਨੂੰ ਅਪਾਇੰਟ ਕਰਨ ਦਾ ਕੰਮ ਕਰਨਗੇ। ਤੇ ਦੂਜਾ ਕੀ ਹੈ, ਇਹਨਾਂ ਦਾ ਇੱਕ ਫਿਕਸ ਟੈਨਿਓਰ ਹੋਏਗਾ। ਇਦਾਂ ਨਹੀਂ ਹੋਏਗਾ ਕਿ ਇਹ ਪ੍ਰੈਸੀਡੈਂਟ ਦੇ ਪਲੇਜ਼ਰ ਦੇ ਉੱਤੇ ਕੰਮ ਕਰ ਰਹੇ ਹੋਣਗੇ। ਜਿਸ ਤਰ੍ਹਾਂ ਤੁਸੀਂ ਗਵਰਨਰ ਦੇ ਕੇਸ 'ਚ ਸੁਣਿਆ ਹੋਏਗਾ ਵੀ ਗਵਰਨਰ ਹੈ ਜਿਹੜਾ ਰਾਸ਼ਟਰਪਤੀ ਦੀ ਖੁਸ਼ੀ ਤੱਕ ਹੀ ਕੰਮ ਕਰਦਾ, ਪਲੇਜ਼ਰ ਆਫ ਪ੍ਰੈਸੀਡੈਂਟ ਤੱਕ ਹੀ ਕੰਮ ਕਰਦਾ। ਬਟ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਜਾਂ ਇਲੈਕਸ਼ਨ ਕਮਿਸ਼ਨਰ ਹੋਣਗੇ, ਇਹਨਾਂ ਦਾ ਇੱਕ ਫਿਕਸ ਟੈਨਿਓਰ ਹੋਏਗਾ। ਤੇ ਇਹ ਫਿਕਸ ਟੈਨਿਓਰ ਵੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਵੀ ਮੈਂਸ਼ਨ ਨਹੀਂ ਸੀਗਾ, ਇਹ ਬਾਅਦ ਦੇ ਵਿੱਚ ਜਿਹੜਾ ਹੈ ਐਡ ਆਨ ਕੀਤਾ ਗਿਆ ਜੀ, ਠੀਕ ਹੈ। ਤੇ ਇਹਨਾਂ ਦਾ ਟੈਨਿਓਰ ਕਿੰਨਾ ਹੈਗਾ 6 ਇਅਰਸ ਜਾਂ 65 ਇਅਰਸ। ਮਤਲਬ ਕੀ ਹੋਇਆ ਜੀ, ਜਿਹੜੀ ਵੀ ਚੀਜ਼ ਇਹਨਾਂ ਦੇ ਵਿੱਚੋਂ ਪਹਿਲਾਂ ਫੋਲੋ ਕਰਾਂਗੇ ਜਾਂ ਪਹਿਲਾਂ ਹੋ ਜੂਗੀ ਉਹੀ ਫੋਲੋ ਕਰਾਂਗੇ। ਐਗਜ਼ਾਮਪਲ ਦੇ ਤੌਰ ਤੇ ਅਗਰ ਕੋਈ 58 ਸਾਲ ਦਾ ਬੰਦਾ ਚੀਫ ਇਲੈਕਸ਼ਨ ਕਮਿਸ਼ਨਰ ਬਣ ਗਿਆ, ਠੀਕ ਹੈ, ਤਾਂ ਉਹ 6 ਸਾਲ ਤੱਕ ਆਪਣੇ ਦਫ਼ਤਰ 'ਚ ਰਹੂਗਾ। ਉਹ 64 ਇਅਰਸ ਦਾ ਜਾ ਕੇ ਜਿਹੜਾ ਹੈ ਉਹ ਆਪਣੇ ਆਫਿਸ ਨੂੰ ਛੱਡੂਗਾ। ਅਗਰ ਉਹੀ ਬੰਦਾ ਕੋਈ ਬੰਦਾ 62 ਸਾਲ ਦਾ ਆਫਿਸ ਦੇ ਵਿੱਚ ਲੱਗਿਆ ਤਾਂ ਉਹ ਐ ਨਹੀਂ ਕਹੂਗਾ ਵੀ ਮੇਰੇ 6 ਸਾਲ ਪੂਰੇ ਕਰਵਾਓ, ਉਹਦੇ 65 ਸਾਲ ਪਹਿਲਾਂ ਪੂਰੇ ਹੋ ਜਾਣਗੇ ਤਾਂ ਉਹ 65 ਸਾਲ ਦਾ ਜਿਹੜਾ ਹੈ ਆਪਦੇ ਆਫਿਸ ਨੂੰ ਵੇਕੈਂਟ ਕਰ ਦੂਗਾ। ਤਾਂ ਦੋਨਾਂ ਦੇ ਵਿੱਚੋਂ ਜਿਹੜੀ ਵੀ ਕੰਡੀਸ਼ਨ ਪਹਿਲਾਂ ਫੁੱਲਫਿਲ ਹੋ ਰਹੀ ਹੋਏਗੀ, ਆਪਾਂ ਉਸ ਕ੍ਰਾਈਟੇਰੀਆ ਨੂੰ ਫੋਲੋ ਕਰਦੇ ਹੋਏ ਜਿਹੜਾ ਹੈ ਕੰਮ ਕਰਾਂਗੇ, ਠੀਕ ਹੈ ਜੀ। ਅਬ ਹੁਣ ਦੂਜਾ ਕੀ ਆਇਆ ਜੀ, ਇਹਨਾਂ ਦਾ ਜਿਹੜਾ ਸਟੇਟਸ ਹੈਗਾ ਤੇ ਇਹਨਾਂ ਦੀ ਜਿਹੜੀ ਸੈਲਰੀ ਹੈਗੀ ਹੈ ਇਹ ਇਕੁਅਲ ਹੋਊਗੀ ਜੱਜਿਸ ਆਫ ਸੁਪਰੀਮ ਕੋਰਟ ਦੇ ਬਰਾਬਰ, ਠੀਕ ਹੈ ਜੀ। ਸੁਪਰੀਮ ਕੋਰਟ ਦੇ ਜੱਜਿਸ ਦੇ ਬਰਾਬਰ ਹੀ ਇਹ ਸੈਲਰੀ ਲੈਣ ਦਾ ਕੰਮ ਕਰ ਰਹੇ ਹੋਣਗੇ। ਹੁਣ ਨੈਕਸਟ ਕੀ ਆਇਆ ਜੀ, ਇਹਨਾਂ ਦੇ ਰਿਮੂਵਲ ਦਾ ਪ੍ਰੋਸੈਸ। ਇੱਕ ਤਾਂ ਹੋ ਗਿਆ ਜੀ, ਜੇ ਚੀਫ ਇਲੈਕਸ਼ਨ ਕਮਿਸ਼ਨਰ ਜਾਂ ਇਲੈਕਸ਼ਨ ਕਮਿਸ਼ਨਰਸ ਨੇ ਆਪਣਾ ਅਸਤੀਫਾ ਦੇਣਾ ਹੋਵੇ, ਰਿਜ਼ਾਈਨ ਦੇਣਾ ਹੋਵੇ, ਇਹ ਕਦੋਂ ਵੀ ਅਸਤੀਫਾ ਦੇ ਸਕਦੇ ਨੇਗੇ। ਤੇ ਇਹ ਆਪਦਾ ਰੈਜ਼ਿਗਨੇਸ਼ਨ ਦੇਣਗੇ ਕਿਹਨੂੰ, ਇਹਨਾਂ ਨੂੰ ਅਪਾਇੰਟ ਕੀਤਾ ਸੀ ਪ੍ਰੈਸੀਡੈਂਟ ਨੇ, ਤਾਂ ਇਹ ਆਪਦਾ ਰੈਜ਼ਿਗਨੇਸ਼ਨ ਵੀ ਕਿਹਨੂੰ ਦੇਣਗੇ, ਪ੍ਰੈਸੀਡੈਂਟ ਨੂੰ ਹੀ ਦੇ ਰਹੇ ਹੋਣਗੇ, ਠੀਕ ਹੈ ਜੀ। ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੇ ਆਫਿਸ ਦੇ ਵਿੱਚੋਂ ਰਿਮੂਵ ਵੀ ਕੀਤਾ ਜਾ ਸਕਦਾ ਹੈਗਾ। ਹੁਣ ਇੱਕ ਚੀਜ਼ ਯਾਦ ਰੱਖਣਾ ਜੀ, ਕਿਸੇ ਵੀ ਆਫਿਸ ਦੀ ਅਗਰ ਆਪਾਂ ਨੇ ਇੰਡੀਪੈਂਡੈਂਸ ਨੂੰ ਮੇਨਟੇਨ ਕਰਕੇ ਰੱਖਣਾ ਹੋਵੇ, ਠੀਕ ਹੈ ਜੀ, ਮਤਲਬ ਵੀ ਉਹ ਜਿਹੜਾ ਹੈ ਨਿਰਪੱਖ ਤਰੀਕੇ ਨਾਲ ਡਿਪਾਰਟਮੈਂਟ ਕੰਮ ਕਰਦਾ ਰਹੇ, ਤਾਂ ਉਹਨਾਂ ਦਾ ਜਿਹੜਾ ਰਿਮੂਵਲ ਦਾ ਪ੍ਰੋਸੈਸ ਆਪਾਂ ਨੇ ਕਾਫੀ ਜ਼ਿਆਦਾ ਡਿਫਿਕਲਟ ਰੱਖਣਾ ਹੋਊਗਾ। ਤਾਂ ਹੁਣ ਚੀਫ ਇਲੈਕਸ਼ਨ ਕਮਿਸ਼ਨਰ, ਇੱਕ ਚੀਜ਼ ਯਾਦ ਰੱਖਿਓ ਜੀ, ਇਹਦੇ 'ਚ ਜਿਹੜਾ ਕੀਵਰਡ ਆ ਰਿਹਾ ਉਹ ਆ ਰਿਹਾ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ। ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣ ਦਾ ਜਿਹੜਾ ਪ੍ਰੋਸੈਸ ਹੈਗਾ ਇਹ ਬਰਾਬਰ ਹੋਊਗਾ ਸੁਪਰੀਮ ਕੋਰਟ ਦੇ ਜੱਜਿਸ ਨੂੰ ਹਟਾਉਣ ਦੇ, ਠੀਕ ਹੈ ਜੀ। ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਇਆ ਜਾ ਸਕਦਾ ਹੈਗਾ ਪਾਰਲੀਮੈਂਟ ਦੇ ਦੁਆਰਾ, ਉਸੇ ਤਰੀਕੇ ਨਾਲ ਹੀ ਜਿਹੜਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਇਆ ਜਾਊਗਾ। ਹੁਣ ਇਹਦੇ ਵਿੱਚ ਕੀ ਆ ਗਿਆ, ਚੀਫ ਇਲੈਕਸ਼ਨ ਕਮਿਸ਼ਨਰ may be removed from the office through a motion adopted by parliament on the grounds of proved misbehavior or incapacity। ਜੱਜਿਸ ਨੂੰ, ਸੁਪਰੀਮ ਕੋਰਟ ਦੇ ਜੱਜਿਸ ਨੂੰ ਹਟਾਉਣ ਦਾ ਵੀ ਤਰੀਕਾ ਹੀ ਹੈ ਜੀ, ਜਾਂ ਤਾਂ ਉਹਨਾਂ ਦਾ ਮਿਸਬਿਹੇਵੀਅਰ ਪ੍ਰੂਫ ਹੋ ਜੇ ਜਾਂ ਇਨਕੈਪੈਸਿਟੀ ਹੋ ਜੇ, ਤਾਂ ਇਸ ਗਰਾਊਂਡ ਤੇ ਹੀ ਜਿਹੜਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਇਆ ਜਾਊਗਾ। ਇਹ ਚੀਜ਼ ਯਾਦ ਰੱਖਿਓ ਜੀ, ਮੈਂ ਇੱਥੇ ਚੀਫ ਇਲੈਕਸ਼ਨ ਕਮਿਸ਼ਨਰ ਦੀ ਹੀ ਗੱਲ ਕਰ ਰਿਹਾ, ਇਲੈਕਸ਼ਨ ਕਮਿਸ਼ਨਰ ਦੀ ਹੀ ਗੱਲ ਨਹੀਂ ਕਰ ਰਿਹਾ। ਅਗਰ ਇਲੈਕਸ਼ਨ ਕਮਿਸ਼ਨਰਸ ਨੂੰ ਹਟਾਉਣਾ ਹੋਵੇ ਤਾਂ ਇਹਨਾਂ ਦਾ ਵੀ ਥੋੜਾ ਜਿਹਾ ਧਿਆਨ ਰੱਖਿਓ। ਅਗਰ ਚੀਫ ਇਲੈਕਸ਼ਨ ਕਮਿਸ਼ਨਰ ਪ੍ਰੈਸੀਡੈਂਟ ਨੂੰ ਕਿਸੇ ਵੀ ਇਲੈਕਸ਼ਨ ਕਮਿਸ਼ਨਰ ਦਾ ਨਾਮ ਦੇ ਦੇ ਤਾਂ ਪ੍ਰੈਸੀਡੈਂਟ ਦੀ ਮਰਜ਼ੀ ਹੈ ਵੀ ਉਹਨੂੰ ਹਟਾਉਣਾ ਜਾਂ ਨਹੀਂ ਹਟਾਉਣਾ, ਕਿਉਂਕਿ 2008 ਦੇ ਟਾਈਮ ਤੇ ਇੱਕ ਕੇਸ ਹੋਇਆ ਸੀ, ਚੀਫ ਇਲੈਕਸ਼ਨ ਕਮਿਸ਼ਨਰ ਨੇ ਨਾ ਇੱਕ ਪਰਸਨ ਦਾ ਨਾਮ ਜਿਹੜਾ ਹੈ, ਉਹ ਇਲੈਕਸ਼ਨ ਕਮਿਸ਼ਨਰ ਸੀਗੇ, ਨਵੀਨ ਕਰਕੇ ਨਾਮ ਸੀ ਉਹਨਾਂ ਦਾ, ਤੇ ਉਹਨਾਂ ਦਾ ਨਾਮ ਜਿਹੜਾ ਹੈ ਪ੍ਰੈਸੀਡੈਂਟ ਨੂੰ ਭੇਜਿਆ ਕਿ ਮੈਂ ਇਸ ਪਰਸਨ ਨੂੰ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਚੋਂ ਹਟਾਇਆ ਜਾਵੇ। ਬਟ ਜਿਹੜੀ ਚੀਫ ਇਲੈਕਸ਼ਨ ਕਮਿਸ਼ਨਰ ਦੀ ਰეკਮੈਂਡੇਸ਼ਨ ਸੀ ਪ੍ਰੈਸੀਡੈਂਟ ਨੂੰ, ਇਹ ਪ੍ਰੈਸੀਡੈਂਟ ਦੇ ਲਈ ਬਾਈਂਡਿੰਗ ਨਹੀਂ ਹੈਗੀ, ਉਹਨਾਂ ਲਈ ਮੰਨਣੀ ਜ਼ਰੂਰੀ ਨਹੀਂ ਹੈਗੀ, ਤਾਂ ਪ੍ਰੈਸੀਡੈਂਟ ਨੇ ਉਹ ਪਰਸਨ ਨੂੰ ਹਟਾਇਆ ਨਹੀਂ ਸੀਗਾ, ਠੀਕ ਹੈ ਜੀ। ਤੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣ ਦਾ ਪ੍ਰੋਸੈਸ ਕੀ ਹੋਏਗਾ, ਇਹ ਜੱਜਿਸ ਦੇ, ਸੁਪਰੀਮ ਕੋਰਟ ਦੇ ਜੱਜਿਸ ਦੇ ਹਟਾਉਣ ਦਾ ਤਰੀਕਾ ਵੀ ਸੇਮ ਹੈ। ਇਸ ਦੇ ਵਿੱਚ ਕੀ ਹੈ ਜੀ, ਇੱਕ ਮੋਸ਼ਨ ਹੈ ਜਿਹੜਾ ਸ਼ੁਰੂ ਕੀਤਾ ਜਾਊਗਾ ਲੋਕ ਸਭਾ ਦੇ ਵਿੱਚ। ਜੇ ਸ਼ੁਰੂ ਕਰਨਾ ਹੋਵੇ 100 ਮੈਂਬਰਸ ਦੀ ਮੈਜੋਰਿਟੀ ਚਾਹੀਦੀ ਹੈ, ਰਾਜ ਸਭਾ 'ਚ ਸ਼ੁਰੂ ਕਰਨਾ ਹੋਵੇ ਤਾਂ 50 ਮੈਂਬਰਸ ਦੀ ਸਹਿਮਤੀ ਚਾਹੀਦੀ ਹੈਗੀ ਹੈ।
ਜਦੋਂ ਇਹਨਾਂ ਦੋ ਇੱਕ ਹਾਊਸ ਦੇ ਵਿੱਚ ਸ਼ੁਰੂ ਹੋਊਗਾ, ਜੇ ਲੋਕ ਸਭਾ 'ਚ ਸ਼ੁਰੂ ਹੋਇਆ ਤਾਂ ਲੋਕ ਸਭਾ ਦੇ ਸਪੀਕਰ ਕੋਲੇ ਜਾਊਗਾ, ਜੇ ਰਾਜ ਸਭਾ 'ਚ ਸ਼ੁਰੂ ਹੋਇਆ ਤਾਂ ਰਾਜ ਸਭਾ ਦੇ ਚੇਅਰਮੈਨ ਕੋਲੇ ਜਾਊਗਾ। ਇਹਨਾਂ ਦੇ ਕੋਲੇ ਜਾਣ ਤੋਂ ਬਾਅਦ ਕੀ ਹੈਗਾ, ਇਹਨਾਂ ਦੇ ਕੋਲੇ ਚੁਆਇਸ ਹੈਗੀ ਹੈ ਵੀ ਇਹ ਮੋਸ਼ਨ ਨੂੰ ਐਕਸੈਪਟ ਕਰ ਸਕਦੇ ਨੇ ਜਾਂ ਰਿਫਿਊਜ਼ ਕਰ ਸਕਦੇ ਨੇ। ਜੇ ਇਹਨਾਂ ਨੇ ਰਿਫਿਊਜ਼ ਕਰਤਾ ਤਾਂ ਇੱਥੇ ਕੈਂਸਲ, ਜੇ ਐਡਮਿਟ ਕਰ ਲਿਆ ਤਾਂ ਇਹ ਜਿਹੜਾ ਹੈ ਅਗਰ ਲੋਕ ਸਭਾ ਦੇ ਸਪੀਕਰ ਕੋਲੇ ਗਿਆ ਤਾਂ ਸਪੀਕਰ ਕੀ ਕਰੇਗਾ, 3 ਮੈਂਬਰਾਂ ਦੀ ਕਮੇਟੀ ਬਣਾਏਗਾ। 3 ਮੈਂਬਰਾਂ ਦੀ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਬੰਦੇ ਹੋ ਸਕਦੇ ਨੇਗੇ, ਚੀਫ ਜਸਟਿਸ ਹੋ ਸਕਦਾ ਹੈਗਾ ਸੁਪਰੀਮ ਕੋਰਟ ਦਾ, ਜਾਂ ਜੱਜ ਹੋ ਸਕਦਾ ਹੈਗਾ ਸੁਪਰੀਮ ਕੋਰਟ ਦਾ। ਦੂਸਰੇ ਨੰਬਰ ਤੇ ਆ ਗਿਆ ਚੀਫ ਜਸਟਿਸ ਆਫ ਹਾਈ ਕੋਰਟ, ਤੀਸਰਾ ਆ ਗਿਆ ਜੀ ਡਿਸਟਿੰਗੁਇਸ਼ਡ ਜੁਰਿਸਟ। ਤਾਂ ਇਹਨਾਂ 3 ਮੈਂਬਰਾਂ ਦੀ ਕਮੇਟੀ ਬਣਾਈ ਜਾਊਗੀ। ਅਗਰ ਇਹ ਕਮੇਟੀ ਨੇ ਫਾਊਂਡ ਕਰ ਲਿਆ ਕਿ ਇਹ ਜਿਹੜੇ ਜੱਜ ਜਾਂ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ ਆਪਾਂ ਨੇ ਇਹ ਪ੍ਰੋਸੈਸ ਸ਼ੁਰੂ ਕੀਤਾ ਵੀ ਉਹਦੇ ਤੇ ਇਹ ਗਿਲਟੀ ਫਾਊਂਡ ਕੀਤਾ ਜਾਂਦਾ, ਦੋਸ਼ੀ ਸਾਬਿਤ ਹੋ ਗਿਆ, ਤਾਂ ਉਸ ਤੋਂ ਬਾਅਦ ਜਿਹੜਾ ਹੈ ਮੋਸ਼ਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 2/3 ਮੈਜੋਰਿਟੀ ਨਾਲ ਪਾਸ ਕੀਤਾ ਜਾਊ, ਜਿਹੜੀ ਸਪੈਸ਼ਲ ਮੈਜੋਰਿਟੀ ਦੀ ਗੱਲ ਕਰਦੇ ਹੁੰਦੇ ਆ। ਠੀਕ ਹੈ ਜੀ। ਤੇ ਇਹ ਵੀ ਚੀਜ਼ ਯਾਦ ਰੱਖਿਓ, ਹਾਲੇ ਤੱਕ ਜਿਵੇਂ ਆਪਾਂ ਨੇ ਕਿਹਾ ਕਿ ਵੀ ਕੋਈ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਆਪਾਂ ਨੇ ਉਹਦੀ ਪੋਜੀਸ਼ਨ ਤੋਂ ਨਹੀਂ ਹਟਾਇਆ, ਤਾਂ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਹਾਲੇ ਤੱਕ ਕਿਸੇ ਵੀ ਮਤਲਬ ਉਸ ਦੀ ਪੋਜੀਸ਼ਨ ਤੋਂ ਨਹੀਂ ਹਟਾਇਆ ਗਿਆ ਹੈਗਾ। ਨੈਕਸਟ ਆਇਆ ਜੀ ਆਪਣਾ ਹੁਣ ਚੀਫ ਇਲੈਕਸ਼ਨ ਕਮਿਸ਼ਨ ਦੇ ਮੇਨ ਪਰਪਸ ਫੰਕਸ਼ਨ ਕੀ ਹੁੰਦੇ ਨੇ ਜੀ। ਪਹਿਲਾਂ ਤਾਂ ਇਹਨਾਂ ਨੇ ਵੋਟਾਂ ਕੰਡਕਟ ਕਰਵਾਉਣੀਆਂ ਨੇ ਫ੍ਰੀ ਐਂਡ ਫੇਅਰ ਮੈਨਰ ਦੇ ਵਿੱਚ। ਦੂਜਾ ਕੀ ਹੈਗਾ, ਅਗਰ ਪੁੱਛਿਆ ਜਾਵੇ ਕਿਸੇ ਵੀ ਪਾਰਟੀ ਨੂੰ ਇਹ ਜਿਹੜਾ ਹੈ ਆਪਣਾ ਜਿਹੜੇ ਸਿੰਬਲ ਵਗੈਰਾ ਦਿੱਤੇ ਜਾਂਦੇ ਨੇ, ਹਰੇਕ ਪਾਰਟੀ ਦਾ ਆਪਦਾ ਸਿੰਬਲ ਦੇਖਣ ਨੂੰ ਮਿਲਦਾ ਹੈਗਾ ਤੁਹਾਨੂੰ, ਜਿਵੇਂ ਬੀਜੇਪੀ ਦਾ ਕਮਲ ਦਾ ਨਿਸ਼ਾਨ ਹੋ ਗਿਆ, ਕਾਂਗਰਸ ਦਾ ਪੰਜਾ ਹੋ ਗਿਆ, ਠੀਕ ਹੈ ਜੀ, ਆਮ ਆਦਮੀ ਪਾਰਟੀ ਦਾ ਜਿਹੜਾ ਹੈ ਝਾੜੂ ਦਾ ਨਿਸ਼ਾਨ ਹੋ ਗਿਆ। ਤਾਂ ਇਹਨਾਂ ਨੂੰ ਸਿੰਬਲ ਦੇਣ ਦਾ ਕੰਮ ਵੀ ਕੌਣ ਕਰਦਾ, ਤਾਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਦਾ ਹੈਗਾ। ਹੁਣ ਇਨਹੀ ਜਿਹੜੀਆਂ ਪਾਰਟੀਆਂ ਨੇ ਜੀ, ਮਤਲਬ ਇਹਨਾਂ ਦੇ ਪਾਰਟੀਆਂ ਦੇ ਵਿੱਚੋਂ ਹੀ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਕੁਝ ਪਾਰਟੀਆਂ ਨੂੰ ਨੈਸ਼ਨਲ ਪਾਰਟੀ ਦਾ ਵੀ ਸਟੇਟਸ ਦੇ ਦਿੰਦਾ ਹੈਗਾ। ਤਾਂ ਕਿਹੜੇ ਆਧਾਰ ਤੇ ਜਾਂ ਕਿਹੜੇ ਬੇਸਿਸ ਤੇ ਜਿਹੜਾ ਹੈ ਆਪਾਂ ਇਲੈਕਸ਼ਨ ਇੰਡੀਆ ਦੇ ਵਿੱਚ ਨੈਸ਼ਨਲ ਪਾਰਟੀ ਦਾ ਸਟੇਟਸ ਦਿੰਦੇ ਆ, ਪਹਿਲਾਂ ਇਹਦੇ ਬਾਰੇ ਵੀ ਥੋੜਾ ਜਿਹਾ ਜ਼ਿਕਰ ਕਰ ਲਈਏ ਜੀ। ਅੱਜ ਦੀ ਡੇਟ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਆਪਣੇ ਦੇਸ਼ ਦੇ ਵਿੱਚ ਈਵੀਐਮ ਰਾਹੀਂ ਵੋਟਿੰਗ ਪੈਂਦੀ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਰਾਹੀਂ। ਠੀਕ ਹੈ ਜੀ। ਪਹਿਲਾਂ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈ ਬੈਲਟ ਪੇਪਰ ਰਾਹੀਂ ਵੋਟਿੰਗ ਪੈਂਦੀ ਸੀ। ਬੈਲਟ ਪੇਪਰ ਕੀ ਸੀਗਾ, ਇੱਕ ਪਰਚੀ ਦੇ ਵਿੱਚ ਮਤਲਬ ਕੈਂਡੀਡੇਟਸ ਦਾ ਨਾਮ ਹੁੰਦਾ ਸੀ, ਉਹਨੂੰ ਆਪਾਂ ਨੇ ਬਕਸੇ ਦੇ ਵਿੱਚ ਪਾ ਕੇ ਆ ਜਾਣਾ ਹੁੰਦਾ ਸੀ। ਬਟ ਅੱਜ ਦੀ ਡੇਟ ਦੇ ਵਿੱਚ ਈਵੀਐਮ ਦੇ ਰਾਹੀਂ ਵੋਟਿੰਗ ਹੁੰਦੀ ਹੈਗੀ ਹੈ। ਤੇ ਅਗਰ ਇਦਾਂ ਦਾ ਮਤਲਬ ਫੈਕਚੁਅਲ ਕੁਐਸਚਨ ਆ ਜਾਏ ਕਿ ਈਵੀਐਮ ਮਸ਼ੀਨ ਹੈ ਜਿਹੜੀ, ਇਹ ਕਿੰਨੇ ਮੈਕਸਿਮਮ ਵੋਟਸ ਹੋਲਡ ਕਰ ਸਕਦੀ ਹੈਗੀ ਹੈ, ਮਤਲਬ ਇਹਦੇ 'ਚ ਕਿੰਨੀਆਂ ਮੈਕਸਿਮਮ ਵੋਟਸ ਆ ਸਕਦੀਆਂ ਨੇ, ਤਾਂ 3840 ਵੋਟਸ ਇਹਦੇ 'ਚ ਆ ਸਕਦੀਆਂ ਨੇਗੀਆਂ। ਠੀਕ ਹੈ ਜੀ। ਤੇ ਅਗਰ ਸਪੋਜ਼ ਕਰੋ ਤੁਸੀਂ ਸੁਣਿਆ ਹੋਏਗਾ ਕਨਸਟੀਟੂਐਂਸੀਜ਼ ਦੀ ਗੱਲ ਹੁੰਦੀ ਹੈਗੀ ਹੈ। ਕਨਸਟੀਟੂਐਂਸੀਜ਼ ਕੀ ਹੋ ਗਈਆਂ, ਜਿਸ ਤਰ੍ਹਾਂ ਮੈਂ ਕਹਿ ਦਾਂ ਜੀ ਕਿ ਲੁਧਿਆਣਾ ਇੱਕ ਕਨਸਟੀਟੂਐਂਸੀ ਹੈਗੀ ਹੈ, ਲੁਧਿਆਣਾ ਈਸਟ ਵੈਸਟ, ਜਾਂ ਸਪੋਜ਼ ਕਰੋ ਸੰਗਰੂਰ ਦੀ ਗੱਲ ਕਰੀਏ, ਸੰਗਰੂਰ ਇੱਕ ਕਨਸਟੀਟੂਐਂਸੀ ਹੈਗੀ ਹੈ। ਠੀਕ ਹੈ। ਤੇ ਸੰਗਰੂਰ ਦੀ ਕਨਸਟੀਟੂਐਂਸੀ ਦੇ ਵਿੱਚੋਂ ਦੀ ਅਗਰ ਸਪੋਜ਼ ਕਰੋ ਆਪਾਂ ਨੇ ਈਵੀਐਮ ਰਾਹੀਂ ਵੋਟਿੰਗ ਕਰਾਣੀ ਹੈ, ਤਾਂ ਕਨਸਟੀਟੂਐਂਸੀ ਦੇ ਵਿੱਚ ਜਿੱਥੇ ਮੈਕਸਿਮਮ 64 ਕੈਂਡੀਡੇਟ ਸਿਲੈਕਟ ਕਰ ਰਹੇ ਹੋਣਗੇ ਜਾਂ ਕੰਟੈਸਟ ਕਰ ਰਹੇ ਹੋਣਗੇ 64 ਮੈਂਬਰਸ, ਉੱਥੇ ਹੀ ਜਿਹੜਾ ਹੈ ਆਪਾਂ ਈਵੀਐਮ ਰਾਹੀਂ ਵੋਟਿੰਗ ਪਵਾ ਸਕਦੇ ਹਾਂ। ਕਿਉਂਕਿ ਇੱਕ ਈਵੀਐਮ ਮਸ਼ੀਨ ਤੁਸੀਂ ਸੁਣਿਆ ਹੋਵੇਗਾ ਇਦਾਂ ਦੀ ਮਸ਼ੀਨ ਹੁੰਦੀ ਹੈਗੀ, ਇੱਧਰਲੇ ਪਾਸੇ ਬਟਨ ਹੁੰਦੇ ਨੇ, ਇੱਧਰ ਪਾਰਟੀ ਲੱਗੀਆਂ ਹੁੰਦੀਆਂ ਨੇਗੀਆਂ। ਤਾਂ ਇੱਕ ਈਵੀਐਮ ਮਸ਼ੀਨ ਤੇ 16 ਕੈਂਡੀਡੇਟਸ ਦੇ ਬਾਰੇ ਜਿਹੜਾ ਹੈ 16 ਕੈਂਡੀਡੇਟਸ ਦੇ ਨਾਮ ਆ ਸਕਦੇ ਨੇ। ਤੇ ਮੈਕਸਿਮਮ ਜਿਹੜਾ ਹੈ ਇੱਕ ਜਿਹੜੇ ਪੋਲਿੰਗ ਬੂਥ ਬਣਦੇ ਨੇ ਉੱਥੇ ਜਿਹੜਾ ਹੈ 4 ਈਵੀਐਮ ਮਸ਼ੀਨਸ ਲੱਗ ਸਕਦੀਆਂ ਨੇ। ਤਾਂ 64 ਅਗਰ ਮਤਲਬ ਮੈਂਬਰਸ ਕੰਟੈਸਟ ਕਰ ਰਹੇ ਹੋਣਗੇ ਇਲੈਕਸ਼ਨ, ਤਾਂ ਉਹਨਾਂ ਦੇ ਇਲੈਕਸ਼ਨ ਨੇ ਜਿਹੜੇ ਆਪਾਂ ਈਵੀਐਮ ਰਾਹੀਂ ਪਵਾ ਸਕਦੇ ਹੈਗੇ ਆ। ਜੇ 64 ਤੋਂ ਜ਼ਿਆਦਾ ਬੰਦੇ ਇੱਕ ਥਾਂ ਤੋਂ ਵੋਟਾਂ ਦੇ ਵਿੱਚ ਖੜੇ ਹੋ ਗਏ ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਬੈਲਟ ਪੇਪਰ ਰਾਹੀਂ ਹੀ ਵੋਟ ਪਵਾਵਾਂਗੇ। ਠੀਕ ਹੈ ਜੀ। ਮਤਲਬ 64 ਤੋਂ ਘੱਟ ਹੋਗਾ ਨੰਬਰ ਤਾਂ ਈਵੀਐਮ ਰਾਹੀਂ ਵੋਟ ਪਵਾ ਸਕਦੇ ਹਾਂ, ਅਗਰ 64 ਤੋਂ ਜ਼ਿਆਦਾ ਹੋ ਗਿਆ ਨੰਬਰ ਤਾਂ ਜਿਹੜਾ ਹੈ ਆਪਾਂ ਇਹਨਾਂ ਦਾ ਨੰਬਰ ਇਨਕਰੀਜ਼ ਕਰਕੇ ਮਤਲਬ ਫਿਰ ਬੈਲਟ ਪੇਪਰ ਦੇ ਰਾਹੀਂ ਹੀ ਵੋਟਾਂ ਪਵਾਵਾਂਗੇ। ਤੇ ਇਹਦੇ ਵਿੱਚ ਕੀ ਹੈਗਾ ਜੀ, ਈਵੀਐਮ ਦੇ ਵਿੱਚ ਨਾ ਇੱਕ ਚੀਜ਼ ਤੁਹਾਨੂੰ ਪਤਾ ਹੋਏਗੀ ਕਿ ਆਪਣਾ ਜਿਹੜਾ ਹੈ ਨੋਟਾਂ ਦੀ ਆਪਸ਼ਨ ਦਿੱਤੀ ਹੁੰਦੀ ਹੈਗੀ ਹੈ। ਨੋਟਾਂ ਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ, ਨਨ ਆਫ ਦੀ ਅਬਵ। ਇਹਦੇ ਬਾਰੇ ਵੀ ਕਾਫੀ ਸਾਰਾ ਮਤਲਬ ਡਿਬੇਟ ਐਂਡ ਡਿਸਕਸ਼ਨ ਚੱਲਦੀ ਹੈਗੀ ਹੈ ਵੀ ਜੇਕਰ ਕਿਸੇ ਕੈਂਡੀਡੇਟ ਦੇ ਅਗੇਂਸਟ ਮਤਲਬ ਸਪੋਜ਼ ਕਰੋ ਆਪਾਂ ਨੇ ਸੰਗਰੂਰ ਦੀ ਐਗਜ਼ਾਮਪਲ ਲਿੱਤੀ ਹੈਗੀ ਹੈ, ਜੇਕਰ ਸਪੋਜ਼ ਕਰੋ ਜੀ ਸੰਗਰੂਰ ਦੀ ਸੀਟ ਤੇ ਵਿੱਚ ਸੰਗਰੂਰ ਦੇ ਵਿੱਚੋਂ 3 ਬੰਦੇ ਕੰਟੈਸਟ ਕਰ ਰਹੇ ਨੇਗੇ, A B ਤੇ C ਨਾਮ ਦੇ। ਠੀਕ ਹੈ। ਤੇ 100 ਬੰਦੇ ਵੋਟਾਂ ਪਾਉਣ ਵਾਲੇ ਨੇਗੇ। ਹੁਣ 100 ਦੇ ਵਿੱਚੋਂ ਜਿਹੜਾ ਹੈ 60 ਬੰਦਿਆਂ ਨੇ ਤਾਂ ਨੋਟਾ ਦੱਬਿਆ, ਇਹਨਾਂ ਨੇ ਕੀ ਕਰਤਾ 60 ਬੰਦਿਆਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਇਹਨਾਂ ਦੇ ਵਿੱਚੋਂ ਕਿਸੇ ਕੈਂਡੀਡੇਟ ਨੂੰ ਆਪਦਾ ਐਜ਼ ਏ ਲੀਡਰ ਨਹੀਂ ਚੁਣਨਾ ਚਾਹੁੰਦੇ। ਤੇ ਇਹਨਾਂ ਦੇ ਵਿੱਚੋਂ ਕੀ ਹੋਇਆ ਜੀ, ਇਹਨਾਂ ਦੇ ਵਿੱਚੋਂ 20 ਵੋਟਾਂ ਆਈਆਂ A ਨੂੰ, 10 ਵੋਟਾਂ ਆਈਆਂ A ਨੂੰ B ਨੂੰ ਤੇ 10 ਵੋਟਾਂ ਆਈਆਂ C ਨੂੰ। ਤਾਂ ਨੋਟਾਂ ਦੇ ਆਧਾਰ ਤੇ ਹੁਣ ਨੋਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਆ ਗਈਆਂ, ਮਤਲਬ ਨੋਟਾਂ ਦੇ ਬੇਸਿਸ ਤੇ ਮਤਲਬ ਆਪਾਂ ਨੇ ਆਮ ਜਨਤਾ ਜਾਂ ਜਿਹੜੇ ਲੋਕ ਵੋਟ ਪਾਉਣ ਗਏ ਨੇ ਉਹਨਾਂ ਨੇ ਤਾਂ ਆਪਦੀ ਰਾਏ ਦੱਸੀ ਆ ਵੀ ਸਾਨੂੰ ਇਹ ਲੀਡਰ ਪਸੰਦ ਨਹੀਂ ਹੈਗਾ। ਬਟ ਇੰਡੀਆ ਦੇ ਵਿੱਚ ਕੀ ਹੈ ਜੀ, ਜਿਹੜੇ ਬੰਦੇ ਨੂੰ ਜ਼ਿਆਦਾ ਵੋਟਾਂ ਮਿਲ ਗਈਆਂ ਨੇਗੀਆਂ ਉਹ ਬੰਦਾ ਕੀ ਹੈ ਜੇਤੂ ਕਰਾਰ ਦਿੱਤਾ ਜਾਊਗਾ। ਬਟ ਜਿਸ ਤਰ੍ਹਾਂ ਆਪਣਾ ਇੱਕ ਰਾਈਟ ਟੂ ਵੋਟ ਹੈਗਾ, ਰਾਈਟ ਟੂ ਵੋਟ ਆਪਣਾ ਇੱਕ ਅਧਿਕਾਰ ਹੈਗਾ, ਤਾਂ
ਰਾਈਟ ਨੋਟ ਟੂ ਵੋਟ ਮਤਲਬ ਵੋਟ ਨਾ ਪਾਉਣ ਦਾ ਅਧਿਕਾਰ, ਜਾਂ ਆਪਣੇ ਜਿਹੜੇ ਕੈਂਡੀਡੇਟਸ ਨੇਗੇ ਉਹ ਸਹੀ ਹੋਣੇ ਚਾਹੀਦੇ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਹੀ ਜਨਤਾ ਆਪਣੀ ਫੀਡਬੈਕ ਦੇ ਰਹੀ ਹੈ, ਜਾਂ ਜਨਤਾ ਜਿਹੜਾ ਹੈ ਰੋਸ਼ ਦਿਖਾ ਰਹੀ ਹੈਗੀ ਵੀ ਸਾਡੇ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਉਹ ਸਹੀ ਨਹੀਂ ਹੈਗੇ, ਜਾਂ ਦੁਬਾਰਾ ਤੋਂ ਖੜੇ ਹੋਣੇ ਚਾਹੀਦੇ ਨੇ। ਇਸ ਦੇ ਰਿਗਾਰਡਿੰਗ ਵੀ ਡਿਬੇਟ ਐਂਡ ਡਿਸਕਸ਼ਨ ਕਾਫੀ ਜ਼ਿਆਦਾ ਚੱਲਦਾ ਹੈਗਾ ਕਿ ਆਪਾਂ ਨੂੰ ਜਿਹੜਾ ਹੈ ਨੋਟਾਂ ਦੀ ਪ੍ਰੋਵੀਜ਼ਨ ਨੂੰ ਕਨਸਟੀਟਿਊਸ਼ਨਲੀ ਲਾਗੂ ਕਰਨਾ ਚਾਹੀਦਾ। ਇਹ ਜਿਹੜਾ ਹੈਗਾ ਜੀ ਮਹਾਰਾਸ਼ਟਰ ਦੇ ਵਿੱਚ ਵੀ ਮਤਲਬ ਪੰਚਾਇਤੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ ਗਿਆ ਕਿ ਇਨ ਕੇਸ ਅਗਰ ਕਿਸੇ ਕੈਂਡੀਡੇਟ ਦੇ ਅਗੇਂਸਟ ਮਤਲਬ ਨੋਟਾਂ ਦੀਆਂ ਵੋਟਾਂ ਜ਼ਿਆਦਾ ਪੈ ਜਾਂਦੀਆਂ ਨੇ ਤਾਂ ਉੱਥੇ ਦੁਬਾਰਾ ਤੋਂ ਪੰਚਾਇਤੀ ਇਲੈਕਸ਼ਨ ਦੇ ਵਿੱਚ ਦੁਬਾਰਾ ਤੋਂ ਰੀ ਇਲੈਕਸ਼ਨ ਕਰਵਾਏ ਜਾਣਗੇ। ਇਸ ਦੇ ਰਿਗਾਰਡਿੰਗ ਨੈਸ਼ਨਲ ਲੈਵਲ ਤੇ ਵੀ ਡਿਬੇਟ ਐਂਡ ਡਿਸਕਸ਼ਨ ਚੱਲਦੀ ਹੈ ਵੀ ਜੇਕਰ ਕਿਸੇ ਐਮਪੀ ਜਾਂ ਐਮਐਲਏ ਦੇ ਅਗੇਂਸਟ ਵੀ ਨੋਟਾਂ ਦੀਆਂ ਵੋਟਸ ਜ਼ਿਆਦਾ ਆ ਜਾਂਦੀਆਂ ਨੇ ਕਿ ਉਹਨਾਂ ਦੀ ਪੋਲਿੰਗ ਵੋਟਸ ਨਾਲੋਂ, ਤਾਂ ਉਸ ਕੇਸ ਦੇ ਵਿੱਚ ਵੀ ਉੱਥੇ ਦੁਬਾਰਾ ਤੋਂ ਰੀ ਇਲੈਕਸ਼ਨ ਕਰਵਾਉਣੇ ਚਾਹੀਦੇ ਨੇ, ਕਿਉਂਕਿ ਜੋ ਲੋਕਾਂ ਨੇ ਕਿਸੇ ਸੋਚ ਸਮਝ ਕੇ ਹੀ ਆਪਣੇ ਜਿਹੜਾ ਵੋਟ ਹੈਗਾ ਉੱਥੇ ਨੋਟਾ ਪ੍ਰੈਸ ਕੀਤਾ ਹੋਊਗਾ। ਠੀਕ ਹੈ ਜੀ, ਤਾਂ ਨੋਟਾਂ ਦਾ ਬਾਰੇ ਵੀ ਥੋੜਾ ਜਿਹਾ ਪਤਾ ਹੋਣਾ ਚਾਹੀਦਾ। ਨੈਕਸਟ ਆਇਆ ਜੀ ਆਪਣੇ ਲਵੇ ਨੈਸ਼ਨਲ ਪਾਰਟੀ ਬਣਨ ਦੇ ਤਰੀਕੇ ਕੀ ਨੇਗੇ। ਹੁਣ ਮਤਲਬ ਇਹਨਾਂ ਦੇ ਵਿੱਚੋਂ ਜਿਹੜਾ ਹੈ 3 ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਜੀ। 3 ਕੰਡੀਸ਼ਨਸ ਦੇ ਵਿੱਚੋਂ ਕਿਸੇ ਵੀ ਪਾਰਟੀ ਨੇ ਇੱਕ ਕੰਡੀਸ਼ਨ ਨੂੰ ਫੋਲੋ ਕਰਨਾ ਹੋਊਗਾ, ਉਸ ਦੇ ਬੇਸਿਸ ਤੇ ਕੀ ਹੋਊਗਾ ਉਸ ਨੂੰ ਨੈਸ਼ਨਲ ਪਾਰਟੀ ਦਾ ਸਟੇਟਸ ਦਿੱਤਾ ਜਾਊਗਾ। ਤੇ ਇਹਦੇ ਵਿੱਚੋਂ ਪਹਿਲੀ ਕੰਡੀਸ਼ਨ ਕੀ ਆਈ ਜੀ ਕਿ ਅਗਰ ਕਿਸੇ ਪਾਰਟੀ ਨੂੰ 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚ ਸਟੇਟ ਪਾਰਟੀ ਦਾ ਦਰਜਾ ਦਿੱਤਾ ਹੋਵੇ। ਠੀਕ ਹੈ ਜੀ, ਮਤਲਬ ਕਿ ਕਿਸੇ ਪਾਰਟੀ ਨੂੰ ਅਗਰ 4 ਜਾਂ ਇਸ ਤੋਂ ਜ਼ਿਆਦਾ ਸਟੇਟਸ ਦੇ ਵਿੱਚ ਸਟੇਟ ਪਾਰਟੀ ਦਾ ਦਰਜਾ ਮਿਲਿਆ ਹੋਵੇ ਤਾਂ ਉਸ ਨੂੰ ਜਿਹੜਾ ਹੈ ਆਪਾਂ ਨੈਸ਼ਨਲ ਪਾਰਟੀ ਡਿਕਲੇਅਰ ਕਰ ਸਕਦੇ ਹੈਗੇ ਆ। ਦੂਸਰੀ ਕੰਡੀਸ਼ਨ ਕੀ ਹੈ ਜੀ, ਇਫ ਇਟ ਕੈਂਡੀਡੇਟਸ ਪੋਲਡ ਐਟ ਲੀਸਟ 6% ਆਫ ਟੋਟਲ ਵੈਲਿਡ ਵੋਟਸ ਇਨ ਐਨੀ 4 or more states in the last Lok Sabha or Assembly election and at least 4 MPs in the last Lok Sabha polls। ਇਹਦਾ ਕੀ ਮਤਲਬ ਹੋਇਆ ਜੀ, ਜਿਹੜੀਆਂ ਆਪਣੀਆਂ ਹਾਲ ਹੀ ਦੇ ਵਿੱਚ ਚੋਣਾਂ ਹੋਈਆਂ ਨੇ ਉਹਦੇ ਵਿੱਚੋਂ ਕਿਸੇ ਵੀ ਐਮਪੀ ਜਾਂ ਐਮਐਲਏ ਜਾਂ ਤਾਂ ਅਸੈਂਬਲੀ ਦੇ ਇਲੈਕਸ਼ਨ ਹੋਣ ਜਾਂ ਲੋਕ ਸਭਾ ਦੇ ਇਲੈਕਸ਼ਨ ਹੋਣ। ਠੀਕ ਹੈ ਜੀ, ਇਹਦੇ ਵਿੱਚੋਂ ਕੈਂਡੀਡੇਟਸ ਨੂੰ ਜਿਹੜਾ ਹੈ 6% ਵੋਟਾਂ ਮਿਲੀਆਂ ਹੋਣੀਆਂ ਚਾਹੀਦੀਆਂ ਨੇ, ਤੇ 6% ਵੋਟਾਂ ਨੇ ਜਿਹੜੀਆਂ ਇਹ 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚੋਂ ਮਿਲੀਆਂ ਹੋਣੀਆਂ ਚਾਹੀਦੀਆਂ ਨੇ। ਤੇ ਇਹ ਇੱਥੇ ਤੱਕ ਹੀ ਨਹੀਂ ਰੁਕਦਾ ਹੈਗਾ ਜੀ, ਇਹਦੇ ਵਿੱਚੋਂ ਜਿਹੜਾ ਹੈ 4 ਐਮਪੀਜ਼ ਨੇ ਜਿਹੜੇ ਇਹ ਜਿੱਤਣੇ ਵੀ ਚਾਹੀਦੇ ਨੇਗੇ। ਠੀਕ ਹੈ ਜੀ, ਤੇ ਇਹ 4 ਐਮਪੀ ਜਿਹੜੇ ਨੇ ਇੱਕ ਸਟੇਟ ਤੋਂ ਵੀ ਹੋ ਸਕਦੇ ਨੇ, ਕਿੰਨੀਆਂ ਮਰਜ਼ੀ ਸਟੇਟਸ ਤੋਂ ਹੋ ਸਕਦੇ ਨੇਗੇ। ਇਹਦੇ ਵਿੱਚ ਕੀ ਕਿਹਾ ਗਿਆ ਬੇਸਿਕਲੀ ਕਿ ਆਪਾਂ ਨੂੰ ਜਿਹੜਾ ਹੈ 6% ਵੋਟਾਂ ਚਾਹੀਦੀਆਂ ਨੇ ਐਮਪੀ ਦੇ ਇਲੈਕਸ਼ਨ ਦੇ ਵਿੱਚ ਹੋਣ ਚਾਹੇ ਐਮਐਲਏ ਦੇ ਇਲੈਕਸ਼ਨ ਦੇ ਵਿੱਚ ਹੋਣ, ਤੇ ਇਹ 6% ਵੋਟਾਂ 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚੋਂ ਦੀ ਮਿਲਣੀਆਂ ਚਾਹੀਦੀਆਂ ਨੇਗੀਆਂ। ਤੇ ਇਹਨਾਂ ਦੇ ਵਿੱਚੋਂ ਜਿਹੜਾ ਹੈ 4 ਐਮਪੀਜ਼ ਨੇ ਜਿਹੜੇ ਉਹ ਜਿੱਤੂ ਵੀ ਹੋਣੇ ਚਾਹੀਦੇ ਨੇ, ਐਟਲੀਸਟ 4 ਐਮਪੀਜ਼ ਨੇ ਜਿਹੜੇ ਇਹ ਲੋਕ ਸਭਾ ਦੇ ਮੈਂਬਰ ਹੋਣੇ ਚਾਹੀਦੇ ਨੇ। ਇਸ ਬੇਸਿਸ ਤੇ ਵੀ ਜਿਹੜਾ ਹੈ ਕਿਸੇ ਪਾਰਟੀ ਨੂੰ ਆਪਾਂ ਨੈਸ਼ਨਲ ਪਾਰਟੀ ਦਾ ਸਟੇਟਸ ਦੇ ਸਕਦੇ ਹਾਂ। ਤੇ ਤੀਜੀ ਕੰਡੀਸ਼ਨ ਕੀ ਆਈ ਜੀ, if it at least won at least 2% of the total seats of the ਲੋਕ ਸਭਾ। ਇਹਦਾ ਕੀ ਮਤਲਬ ਹੋਇਆ ਜੀ, ਜਿਵੇਂ ਹੁਣ ਆਪਣੀ ਲੋਕ ਸਭਾ ਦੇ ਵਿੱਚ 543 ਸੀਟਸ ਦੇ ਉੱਤੇ VOTING ਪੈਂਦੀ ਹੈ। ਠੀਕ ਹੈ, ਅਗਰ ਤੁਸੀਂ ਇਹਦਾ 2% ਕਰੋਗੇ ਤਾਂ 2% ਨੀਅਰ ਅਬਾਊਟ ਤੁਹਾਡੇ ਕੋਲ ਨਿਕਲ ਕੇ ਆ ਗਿਆ 11 ਮੈਂਬਰਸ। ਵੀ ਇਹਦੇ ਵਿੱਚੋਂ ਕੀ ਹੈ ਵੀ ਜਿਹੜਾ ਹੈ ਲੋਕ ਸਭਾ ਦੇ ਵਿੱਚ ਕਿਸੇ ਪਾਰਟੀ ਦੇ ਅਗਰ 11 ਸੀਟਾਂ ਨੇ ਤੇ 11 ਸੀਟਾਂ ਜਿਹੜੀਆਂ ਨੇ ਘੱਟੋ ਘੱਟ ਕਿੰਨੀਆਂ ਸਟੇਟਸ ਤੋਂ ਚਾਹੀਦੀਆਂ ਨੇ, 3 ਸਟੇਟਸ ਤੋਂ ਦੀ ਇਹ ਸੀਟਸ ਚਾਹੀਦੀਆਂ ਨੇਗੀਆਂ। ਤਾਂ ਉਸ ਬੇਸਿਸ ਤੇ ਜਿਹੜਾ ਹੈ ਕਿਸੇ ਵੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਸਟੇਟਸ ਦਿੱਤਾ ਜਾ ਸਕਦਾ ਹੈਗਾ। ਠੀਕ ਹੈ ਜੀ, ਪਹਿਲੀ ਕੰਡੀਸ਼ਨ ਜਿਹੜੀ ਹੈ ਸਟੇਟ ਪਾਰਟੀ ਹੋਵੇ 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚ। ਦੂਜੀ ਕੰਡੀਸ਼ਨ ਆ ਗਈ ਵੀ 6% ਵੋਟਾਂ ਪਈਆਂ ਹੋਣੀਆਂ ਚਾਹੀਦੀਆਂ ਨੇ। ਇਹ ਕਿੱਥੋਂ ਪਈਆਂ ਹੋਣੀਆਂ, 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚ ਐਮਪੀ ਜਾਂ ਐਮਐਲਏ ਦੇ ਇਲੈਕਸ਼ਨ ਦੇ ਵਿੱਚ, 4 ਸੀਟਾਂ ਨੇ ਜਿਹੜੀਆਂ ਆਪਣੀਆਂ ਇਹ ਲੋਕ ਸਭਾ ਦੀਆਂ ਹੋਣੀਆਂ ਚਾਹੀਦੀਆਂ ਨੇ। ਤੇ ਤੀਜੀ ਕੰਡੀਸ਼ਨ ਕੀ ਆਈ ਜੀ, ਤੀਜੀ ਕੰਡੀਸ਼ਨ ਆਈ ਵੀ ਲੋਕ ਸਭਾ ਦੇ 2% ਸੀਟਾਂ ਜਿਹੜੀਆਂ ਨੇ ਕਿਸੇ ਪਾਰਟੀ ਕੋਲੇ ਹੋਣੀਆਂ ਚਾਹੀਦੀਆਂ ਨੇ। 2% ਹੋਣੀਆਂ, ਇਸ ਤੋਂ ਜ਼ਿਆਦਾ ਹੋਣ, ਮਿਨੀਮਮ 11 ਜਾਂ 11 ਤੋਂ ਜ਼ਿਆਦਾ ਸੀਟਸ ਹੋਣ, ਤੇ ਬਟ ਇਹ ਜਿਹੜੀਆਂ ਸੀਟਸ ਨੇ ਇਹ 3 ਸਟੇਟਾਂ ਤੋਂ ਹੋਣੀਆਂ ਚਾਹੀਦੀਆਂ ਨੇਗੀਆਂ। ਤਾਂ ਵੀ ਜਿਹੜਾ ਹੈ ਇਹਨਾਂ ਚੋਂ ਇੱਕ ਕੰਡੀਸ਼ਨ ਫੁੱਲਫਿਲ ਕਰਨੀ ਹੈਗੀ ਆ, ਤਾਂ ਹੀ ਉਹ ਪਾਰਟੀ ਨੂੰ ਜਿਹੜਾ ਹੈ ਨੈਸ਼ਨਲ ਪਾਰਟੀ ਦਾ ਆਪਾਂ ਸਟੇਟਸ ਦੇ ਸਕਦੇ ਹੈਗੇ ਆ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਜੀ ਆਪਣੇ ਇੰਡੀਆ ਦੇ ਵਿੱਚ 6 ਨੈਸ਼ਨਲ ਪਾਰਟੀਜ਼ ਨੇਗੀਆਂ। ਉਹਨਾਂ ਦੇ ਕਿਹੜੇ ਨੇ, ਇੱਕ ਤਾਂ ਹੋਗੀ ਜੀ ਬੀਜੇਪੀ ਪਾਰਟੀ, ਦੂਜੀ ਹੋਗੀ ਜੀ ਆਪਣੀ ਨੈਸ਼ਨਲ ਪੀਪਲਜ਼ ਪਾਰਟੀ। ਇਹ ਪਹਿਲੀ ਨਾਰਥ ਈਸਟ ਦੀ ਪਾਰਟੀ ਹੈ ਜੀ, ਜਿਹਨੂੰ ਕੀ ਹੈ ਨਾਰਥ ਈਸਟ ਜਿਹੜਾ ਉੱਤਰ ਪੂਰਬੀ ਭਾਰਤ ਹੋ ਗਿਆ ਉੱਥੇ ਦੀ ਪਾਰਟੀ ਹੈ, ਜਿਹਨੂੰ ਕੀ ਹੋ ਗਿਆ ਹੈ ਨੈਸ਼ਨਲ ਪੀਪਲ ਪਾਰਟੀ ਦਾ ਸਟੇਟਸ ਮਿਲਿਆ। ਤੀਸਰੀ ਹੋਗੀ ਜੀ ਕਾਂਗਰਸ ਪਾਰਟੀ, ਇਹ ਹੋਗੀ ਕਮਿਊਨਿਸਟ ਪਾਰਟੀ ਆਫ ਇੰਡੀਆ, BSP ਹੋਗੀ ਜੀ, ਤੇ ਆਮ ਆਦਮੀ ਪਾਰਟੀ ਹੋਗੀ। ਆਮ ਆਦਮੀ ਦਾ ਥੋੜਾ ਜਿਹਾ ਧਿਆਨ ਰੱਖਿਓ ਜੀ, ਆਮ ਆਦਮੀ ਪਾਰਟੀ ਹੈ ਜਿਹੜੀ ਇਹਨੂੰ ਜਿਹੜਾ ਹੈ ਇਸ ਸਾਲ ਹੀ ਇਹ ਨੈਸ਼ਨਲ ਪਾਰਟੀ ਦਾ ਸਟੇਟਸ ਦਿੱਤਾ ਗਿਆ ਹੈਗਾ। ਦੂਜਾ ਹੈ ਜੀ ਆਪਣੇ ਕੋਲੇ ਐਂਟੀ ਡਿਫੈਕਸ਼ਨ ਲਾਅ। ਐਂਟੀ ਡਿਫੈਕਸ਼ਨ ਲਾਅ ਜਿਹੜਾ ਦਲ ਬਦਲੀ ਕਾਨੂੰਨ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਦਲ ਬਦਲੀ ਕਾਨੂੰਨ ਜਿਹੜਾ ਹੈ ਇਹਨੂੰ ਵੀ ਆਪਾਂ ਨੇ ਬਾਅਦ ਦੇ ਵਿੱਚ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਹੈਗਾ। ਤੇ ਇਹਦਾ ਪਰਪਸ ਕੀ ਸੀਗਾ, ਹੁਣ ਪੋਲੀਟੀਸ਼ੀਅਨ ਜਿਹੜੇ ਨੇਗੇ, ਪਹਿਲਾਂ ਤਾਂ ਡਿਫੈਕਸ਼ਨ ਵਰਡ ਦਾ ਕੀ ਮਤਲਬ ਹੈ, ਡਿਫੈਕਸ਼ਨ ਵਰਡ ਦਾ ਮਤਲਬ ਹੋ ਗਿਆ ਜੀ ਜੰਪ ਕਰਨਾ।
मतलब एक पार्टी ਨੂੰ ਛੱਡ ਕੇ ਜਿਹੜਾ ਹੈ ਬੰਦਾ ਦੂਸਰੀ ਪਾਰਟੀ ਦੇ ਵਿੱਚ ਚਲਾ ਜਾਂਦਾ ਹੈਗਾ ਜਾਂ ਦੂਸਰੀ ਪਾਰਟੀ ਨੂੰ ਜੁਆਇਨ ਕਰ ਜਾਂਦਾ ਹੈਗਾ। ਪਹਿਲੀ ਗੱਲ ਤਾਂ ਆਪਣੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੁੰਦੇ ਨੇ ਇਹ ਤਿੰਨ ਤਰ੍ਹਾਂ ਦੇ ਮੈਂਬਰ ਹੋਣਗੇ ਜੀ। ਇੱਕ ਤਾਂ ਹੋਣਗੇ ਇਲੈਕਟਿਡ ਮੈਂਬਰ, ਦੂਜੇ ਹੋਣਗੇ ਇੰਡੀਪੈਂਡੈਂਟ ਮੈਂਬਰ, ਤੀਜੇ ਹੋਣਗੇ ਜੀ ਨੋਮੀਨੇਟਿਡ ਮੈਂਬਰ। ਇਲੈਕਟਿਡ ਮੈਂਬਰ ਉਹ ਹੋਣਗੇ ਜੀ ਜਿਨ੍ਹਾਂ ਨੂੰ ਆਪਾਂ ਨੇ ਵੋਟਾਂ ਰਾਹੀਂ ਚੁਣਿਆ ਹੋਊਗਾ। ਇੰਡੀਪੈਂਡੈਂਟ ਮੈਂਬਰ ਨੂੰ ਵੀ ਇਹਨਾਂ ਨੂੰ ਵੀ ਆਪਾਂ ਨੇ ਵੋਟਾਂ ਰਾਹੀਂ ਚੁਣਿਆ ਹੋਊਗਾ। ਬਟ ਇਹ ਜਿਹੜੇ ਨੇ ਕਿ ਮਤਲਬ ਇਲੈਕਟਿਡ ਮੈਂਬਰ, ਇਲੈਕਟਿਡ ਦੀ ਜਗ੍ਹਾ ਤੇ ਨਾ ਥੋੜਾ ਜਿਹਾ ਕਰੈਕਸ਼ਨ ਕਰਦੇ ਹਾਂ ਜੀ, ਇਹ ਲਿਖਦੇ ਹੈਗੇ ਆ ਪੋਲੀਟੀਕਲ ਪਾਰਟੀ ਦੇ ਮੈਂਬਰ। ਹੁਣ ਇਹਨਾਂ ਨੂੰ ਵੀ ਚੁਣ ਕੇ ਭੇਜਿਆ ਹੋਊਗਾ ਜੀ, ਇਲੈਕਟਿਡ ਮੈਂਬਰ ਹੋਣਗੇ ਇਹ। ਪੋਲੀਟੀਕਲ ਪਾਰਟੀ ਦੇ ਮੈਂਬਰ ਮਤਲਬ ਕੋਈ ਬੰਦਾ ਬੀਜੇਪੀ ਦਾ ਹੋਊਗਾ, ਕੋਈ ਬੰਦਾ ਕਾਂਗਰਸ ਦਾ ਹੋਊਗਾ, ਕੋਈ ਆਮ ਆਦਮੀ ਦਾ ਹੋਊਗਾ, ਠੀਕ ਹੈ। ਇੰਡੀਪੈਂਡੈਂਟ ਮੈਂਬਰ ਹੋਣਗੇ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੁਣ ਕੇ ਗਏ ਹੋਣਗੇ, ਤੇ ਨੋਮੀਨੇਟਿਡ ਮੈਂਬਰ ਨੇ ਜਿਹੜੇ ਰਾਸ਼ਟਰਪਤੀ ਦੁਆਰਾ ਚੁਣੇ ਗਏ ਹੋਣਗੇ। ਤਾਂ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਜੀ, ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹ ਪੁੱਛਿਆ ਜਾਂਦਾ ਵੀ ਕਿਹੜੇ ਮੈਂਬਰਸ ਦੇ ਅਗੇਂਸਟ ਆਪਾਂ ਲਾਗੂ ਕਰ ਸਕਦੇ ਹਾਂ। ਇਕੱਲੇ ਇਲੈਕਟਿਡ ਦੇ ਕਰ ਸਕਦੇ ਹਾਂ, ਨੋਮੀਨੇਟਿਡ ਦੇ ਕਰ ਸਕਦੇ ਹਾਂ, ਬੋਥ ਦੇ ਕਰ ਸਕਦੇ ਹਾਂ, ਨਨ ਦੇ ਕਰ ਸਕਦੇ ਹਾਂ। ਤਾਂ ਇਹ ਆਲ ਮੈਂਬਰਸ ਦੇ ਅਗੇਂਸਟ ਕਰ ਸਕਦੇ ਹਾਂ। ਮਤਲਬ ਅਗਰ ਸਪੋਜ਼ ਕਰੋ ਕੋਈ ਬੀਜੇਪੀ ਪਾਰਟੀ ਜਾਂ ਕਾਂਗਰਸ ਪਾਰਟੀ ਦਾ ਬੰਦਾ ਹੈਗਾ, ਠੀਕ ਹੈ, ਕਾਂਗਰਸ ਪਾਰਟੀ ਦਾ ਬੰਦਾ ਬੀਜੇਪੀ ਪਾਰਟੀ ਦੇ ਵਿੱਚ ਚਲਾ ਗਿਆ, ਜਾਣ ਦੇ ਕਾਰਨ ਕੋਈ ਵੀ ਹੋ ਸਕਦੇ ਨੇ, ਜਾਂ ਤਾਂ ਬੀਜੇਪੀ ਵਾਲੇ ਮਤਲਬ ਉਹਨੂੰ ਪਤਾ ਲੱਗ ਜਾਏ ਵੀ ਇਹਨੂੰ ਸਾਨੂੰ ਕੋਈ ਇੰਪੋਰਟੈਂਟ ਪੋਸਟ ਦੇਣਗੇ ਜਾਂ ਪੈਸਿਆਂ ਦਾ ਲਾਲਚ ਦੇ ਦੇਣ, ਜਾਂ ਕੋਈ ਇੰਪੋਰਟੈਂਟ ਪੋਰਟਫੋਲੀਓ ਦੇਣ ਦੀ ਗੱਲ ਕੀਤੀ ਜਾਂਦੀ ਹੈ। ਮਤਲਬ ਆਪਦੇ ਫਾਇਦੇ ਦੇਖਦੇ ਹੋਏ ਜਿਹੜਾ ਹੈ ਬੰਦੇ ਨੇ ਆਪਦੀ ਐਗਜ਼ਾਮਪਲ ਦੇ ਤੌਰ ਤੇ ਪਾਰਟੀ ਚੇਂਜ ਕਰ ਲਈ, ਤਾਂ ਉਸ ਕੇਸ ਦੇ ਵਿੱਚ ਵੀ ਉਹ ਬੰਦੇ ਦੀ ਪਾਰਟੀ ਨੂੰ ਰੱਦ ਕਰ ਸਕਦੇ ਹਾਂ। ਇੰਡੀਪੈਂਡੈਂਟ ਮੈਂਬਰ ਜਿਹੜਾ ਹੈ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਖੜ ਕੇ ਗਿਆ, ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਕੰਟੈਸਟ ਦੇ ਕਰਦੇ ਹੋਏ ਇਲੈਕਸ਼ਨ ਜਿੱਤ ਵੀ ਗਿਆ। ਜਿੱਤਣ ਤੋਂ ਬਾਅਦ ਉਹਨੇ ਅਗਰ ਕੋਈ ਆਪਦੀ ਪਾਰਟੀ ਮਤਲਬ ਆਪਦੀ ਸੀਟ ਨੂੰ ਦੇ ਵਿੱਚੋਂ ਜਿਹੜਾ ਹੈ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲਾ ਗਿਆ, ਤਾਂ ਉਸ ਕੇਸ ਦੇ ਵਿੱਚ ਵੀ ਜਿਹੜਾ ਹੈ ਉਹ ਬੰਦੇ ਦੀ ਸੀਟ ਨੂੰ ਆਪਾਂ ਕੈਂਸਲ ਆਊਟ ਕਰ ਸਕਦੇ ਹਾਂ। ਨੋਮੀਨੇਟਿਡ ਮੈਂਬਰ ਜਿਹੜੇ ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਨੇ, ਇਹਨਾਂ ਨੂੰ ਵੀ ਅਗਰ ਇਹ ਆਪਦੀ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਦੇ ਨੇਗੇ, ਤਾਂ ਇਹਨਾਂ ਨੂੰ 6 ਮਹੀਨੇ ਤੋਂ ਬਾਅਦ ਮਤਲਬ ਇਹਨਾਂ ਦੇ ਨੋਮੀਨੇਸ਼ਨ ਤੋਂ 6 ਮਹੀਨੇ ਬਾਅਦ ਅਗਰ ਇਹ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਦੇ ਨੇ, ਤਾਂ ਇਹਨਾਂ ਦੇ ਕੇਸ ਵੀ ਜਿਹੜਾ ਹੈ ਐਂਟੀ ਡਿਫੈਕਸ਼ਨ ਲਾਅ ਰੈਗੂਲੇਟ ਜਾਂ ਲਾਗੂ ਕੀਤਾ ਜਾ ਸਕਦਾ ਹੈਗਾ। ਹੁਣ ਇਹਦੇ ਵਿੱਚ ਕੀ ਆਇਆ ਜੀ, ਐਂਟੀ ਡਿਫੈਕਸ਼ਨ ਲਾਅ ਹੈ ਜਿਹੜਾ ਇਹ ਇੰਡੀਆ ਦੇ ਵਿੱਚ ਐਡ ਕੀਤਾ ਗਿਆ 52nd ਅਮੈਂਡਮੈਂਟ ਐਕਟ 1985 ਦੇ ਨਾਲ। ਹੁਣ ਇਹਦੇ ਵਿੱਚ ਕੀ ਸੀ, ਇਹਦੇ ਨਾਲ ਆਪਾਂ ਨੇ ਆਪਣੇ ਕਨਸਟੀਟਿਊਸ਼ਨ ਦਾ 10th ਸ਼ੈਡਿਊਲ ਵੀ ਐਡ ਕੀਤਾ ਹੈਗਾ ਜੀ। ਤੇ ਇਹਦੇ ਨਾਲ ਹੀ ਕੀ ਹੋ ਗਿਆ, ਇਹਨੂੰ ਦਲ ਬਦਲੀ ਕਾਨੂੰਨ ਇਸ ਕਰਕੇ ਹੀ ਕਹਿੰਦੇ ਨੇ ਕਿ ਅਗਰ ਕੋਈ ਬੰਦਾ ਆਪਦੀ ਪੋਲੀਟੀਕਲ ਪਾਰਟੀ ਜਿੱਥੋਂ ਦੀ ਉਹ ਜਿੱਤ ਕੇ ਆਇਆ ਹੈਗਾ, ਸਪੋਜ਼ ਕਰੋ ਆਪਾਂ ਨੇ ਸੰਗਰੂਰ ਦੀ ਐਗਜ਼ਾਮਪਲ ਲਿੱਤੀ, ਤਾਂ ਸੰਗਰੂਰ ਦੀ ਸੀਟ ਤੋਂ ਅਗਰ ਕੋਈ ਬੰਦਾ ਇਹ ਕਾਂਗਰਸ ਦੀ ਸੀਟ ਤੋਂ ਜਿੱਤਿਆ, ਠੀਕ ਹੈ, ਜਿੱਤਣ ਤੋਂ ਬਾਅਦ ਇਹ ਬੰਦੇ ਨੇ ਆਪਦੀ ਪਾਰਟੀ ਚੇਂਜ ਕਰ ਲਈ, ਬੀਜੇਪੀ ਪਾਰਟੀ ਤੋਂ ਚਲਾ ਗਿਆ, ਠੀਕ ਹੈ ਜੀ, ਬੀਜੇਪੀ ਪਾਰਟੀ ਦੇ ਵਿੱਚ ਚਲਾ ਗਿਆ। ਤਾਂ ਇਸ ਕੇਸ ਦੇ ਵਿੱਚ ਅਗਰ ਇਹ ਐਮਪੀ ਦੇ ਇਲੈਕਸ਼ਨ ਦੇ ਵਿੱਚ ਖੜਾ ਹੋਊਗਾ, ਤਾਂ ਲੋਕ ਸਭਾ ਦਾ ਸਪੀਕਰ ਦੇ ਕੋਲੇ ਪਾਵਰ ਹੋਊਗੀ ਕਿ ਉਹ ਇਹ ਪਰਸਨ ਦੇ ਅਗੇਂਸਟ ਜਿਹੜਾ ਹੈ ਐਂਟੀ ਡਿਫੈਕਸ਼ਨ ਲਾਅ ਨੂੰ ਰੈਗੂਲੇਟ ਕਰ ਸਕਦਾ ਹੈਗਾ। ਉਹਨੇ ਕੀਤਾ ਕਿਉਂ ਜਾਂਦਾ ਜੀ, ਕਿਉਂਕਿ ਜਨਤਾ ਨੇ ਜਿਹੜਾ ਹੈ, ਅਗਰ ਆਪਾਂ ਸਪੋਜ਼ ਕਰੀਏ ਕਿ ਕੋਈ ਬੰਦਾ ਜਿਹੜਾ ਹੈ ਏ ਨਾਮ ਦਾ ਬੰਦਾ ਹੈਗਾ, ਹੁਣ ਇਹ ਪਰਸਨ ਨੂੰ ਜਿਹੜਾ ਹੈ ਜਨਤਾ ਨੇ ਕਾਂਗਰਸ ਦਾ ਕੈਂਡੀਡੇਟ ਸਮਝ ਕੇ ਇਹਦੇ ਤੇ ਵਿਸ਼ਵਾਸ ਕਰਕੇ ਜਿਤਾਇਆ ਹੈਗਾ, ਬਟ ਇਹ ਪਰਸਨ ਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈਗਾ, ਵਿਸ਼ਵਾਸਘਾਤ ਕਰਕੇ ਇਹ ਪਰਸਨ ਜਿਹੜਾ ਹੈ ਬੀਜੇਪੀ ਪਾਰਟੀ 'ਚ ਚਲਾ ਗਿਆ ਆਪਦੇ ਨਿੱਜੀ ਫਾਇਦੇ ਦੇ ਲਈ। ਤਾਂ ਕਿਸੇ ਨਾ ਕਿਤੇ ਜਿਹੜਾ ਹੈ ਲੋਕਾਂ ਦੇ ਨਾਲ ਵਿਸ਼ਵਾਸਘਾਤ ਮੰਨਿਆ ਜਾਂਦਾ ਹੈਗਾ। ਤਾਂ ਕਰਕੇ ਜਿਹੜਾ ਹੈ ਇੱਕ ਆਇਆ ਰਾਮ ਗਿਆ ਰਾਮ ਦਾ ਵੀ ਕੰਸੈਪਟ ਆਉਂਦਾ। ਹਰਿਆਣਾ ਦੇ ਇੱਕ ਲੀਡਰ ਸੀਗੇ, ਉਹਨਾਂ ਨੇ ਇੱਕ ਰਾਤ ਦੇ ਵਿੱਚ ਹੀ 3-4 ਵਾਰ ਆਪਦੀ ਪਾਰਟੀ ਚੇਂਜ ਕਰ ਲਈ। ਤਾਂ ਪਾਰਟੀਆਂ ਜਿਹੜੀਆਂ ਨੇ ਪੈਸੇ ਦੇ ਬਲ ਤੇ ਜਿਹੜਾ ਹੈਗਾ ਜਾਂ ਜਿਹੜਾ ਹੈ ਕਿਸੇ ਦੀ ਸਰਕਾਰ ਗਿਰਾਉਣ ਦੇ ਲਈ ਇਹ ਸਾਰੀਆਂ ਪ੍ਰੈਕਟਿਸਿਸ ਨੂੰ ਯੂਜ਼ ਕਰਦੇ ਨੇ, ਜਿਹਦੇ ਕਰਕੇ ਕੀ ਹੈਗਾ ਇਹ ਐਂਟੀ ਡਿਫੈਕਸ਼ਨ ਲਾਅ ਨੂੰ ਇਫੈਕਟ ਦੇ ਵਿੱਚ ਲੈ ਕੇ ਆਂਦਾ ਗਿਆ ਹੈਗਾ। ਜਿਵੇਂ ਪਿਕਚਰ 'ਚ ਵੀ ਦਿਖਾਇਆ ਗਿਆ ਕਿ ਕਾਂਗਰਸ ਵਾਲਾ ਬੀਜੇਪੀ 'ਚ ਜਾਣ ਦੀ ਗੱਲ ਕਰ ਰਿਹਾ, ਬੀਜੇਪੀ ਵਾਲਾ ਕਾਂਗਰਸ ਜਾਣ ਦੀ ਗੱਲ ਕਰ ਰਿਹਾ ਹੈਗਾ, ਕਿਉਂਕਿ ਨੇਤਾ ਵੀ ਤਾਂ ਬੰਦੇ ਹੀ ਹੁੰਦੇ ਨੇ ਜੀ, ਉਹ ਵੀ ਆਪਦੇ ਨਿੱਜੀ ਫਾਇਦੇ ਦੇਖਦੇ ਨੇਗੇ, ਤਾਂ ਉਹ ਜਿਹੜਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰ ਸਕਦੇ ਨੇਗੇ। ਤੇ ਹੁਣ ਐਂਟੀ ਡਿਫੈਕਸ਼ਨ ਲਾਅ ਜਿਹੜਾ ਹੈ prevent and discourage defection by imposing penalties on politicians who switch parties and otherwise violate party discipline। ਮਤਲਬ ਇਹ ਉਹਨਾਂ ਦੇ ਅਗੇਂਸਟ ਲਗਾਇਆ ਜਾ ਸਕਦਾ ਹੈਗਾ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਮੈਂਬਰ ਜਾਂ ਤਾਂ ਆਪਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਸਵਿਚ ਕਰਨ, ਤੇ ਇਹਦੇ ਕਰਕੇ ਕੀ ਹੈਗਾ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਅਕਾਊਂਟੇਬਲ ਜਾਂ ਉਹਨਾਂ ਦੀ ਜਿਹੜੀ ਹੈ ਜਵਾਬਦੇਹੀ ਨੂੰ ਇਨਸ਼ੋਰ ਕੀਤਾ ਜਾਂਦਾ ਹੈਗਾ ਕਿ ਉਹਨਾਂ ਨੇ ਅਗਰ ਇਹ ਕੀਤਾ ਹੈਗਾ ਤਾਂ ਕਿਸ ਕਾਰਨ ਕਰਕੇ ਕੀਤਾ ਹੈਗਾ, ਕਿਉਂਕਿ ਵੋਟਰਸ ਨੇ ਜਿਹੜੇ ਉਹਨਾਂ ਤੇ ਵਿਸ਼ਵਾਸ ਕਰਕੇ ਹੀ ਉਹਨਾਂ ਨੂੰ ਜਿਤਾਇਆ ਹੋਵੇਗਾ, ਜਿਸ ਤੋਂ ਬਾਅਦ ਜਿਹੜਾ ਹੈ ਵੋਟਰਸ ਨਾਲ ਇੱਕ ਤਰੀਕੇ ਦਾ ਵਿਸ਼ਵਾਸਘਾਤ ਮੰਨਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਕੀ ਹੈ ਜੀ, ਇੱਕ ਵਰਡ ਇਹ ਵੀ ਆਉਂਦਾ ਮਰਜਰ। ਮਰਜਰ ਦਾ ਕੀ ਮਤਲਬ ਹੋਇਆ, ਅਗਰ ਸਪੋਜ਼ ਕਰੋ ਜੀ ਅੱਜ ਦੀ ਡੇਟ 'ਚ ਆਪਾਂ ਕਹੀਏ ਐਗਜ਼ਾਮਪਲ ਦੇ ਤੌਰ ਤੇ
ਸਪੋਜ਼ ਕਰੋ ਮੈਂ ਕਹਾਂ ਕਿ ਪੰਜਾਬ ਦੇ ਵਿੱਚ एग्जाम्पल के तौर पर 100 सीट्स ने MLA ਦੀਆਂ, ठीक है जी। तो ये 60 सीटां आ गई अपनी आम आदमी पार्टी नूं ते 40 सीट्स आ गई इंडियन नैशनल कांग्रेस नूं, ठीक है जी। हुण जरूरी तो है नहीं गा, मतलब अगर एक या मतलब कुछ घट बंदे मैंबर्स जिहड़े ने कि वो पोलीटिकल पार्टी नूं छड्ड के किसी होर पार्टी नूं ज्वाइन करन दा काम कर रहे होणगे, उन्हां दे अगेंस्ट एंटी डिफेक्शन लॉ लग जूगा। अगर किसी पार्टी के 2/3 मैंबर्स ही पार्टी तो अलग होकर या तो आपका एक अलग संगठन बना लैन, आपकी अलग पार्टी बना लैन, इस तो इलावा की है या वो किसी होर पार्टी नाल जुड़ जान तो उन्होंने अगेंस्ट की है एंटी डिफेक्शन लॉ लागू नहीं होएगा। इनू की कहते हैं जी, हुण मैंने तुहानूं कहा भी आम आदमी पार्टी के 60 सीटां नेगियां। हुण आम आदमी पार्टी के इन केस अगर 2/3 मैंबर निकल के 40 कांग्रेस के चले गए, 2/3 मैंबर किन्ने हो गए, 40 मैंबर हो गए जी। तो हुण इत्थे बीजेपी की सॉरी कांग्रेस की सरकार के 80 सीटां हो गई तो आम आदमी के आ गई सिर्फ और सिर्फ 20 सीटां। तो हुण जिहड़े 40 मैंबर आम आदमी चों निकल के कांग्रेस पार्टी च चले गए तो इस बेसिस ते जिहड़ा है इदां नहीं होएगा कि उन्हां दी जिहड़ी सीट हैगी रद्द कर दांगे। इन्हां दे अगेंस्ट दे विच आपां एंटी डिफेक्शन लॉ नूं लागू नहीं कर सकते। इस प्रोसैस नूं कहंदे ने जी मर्जर। या तो 40 बंदे अगर आपकी एक अलग तो पोलीटिकल पार्टी बना लेंदे वो चीज़ अलग सी, बट वो किसी अगर होर ग्रुप के नाल जुड़ते हैं तो इस चीज़ नूं कहा जाता है मर्जर, ठीक है जी। तो एंटी डिफेक्शन लॉ के रिलेटिड जोड़ा है अगर इस दे रिगार्डिंग पूछा जाए भी डिसीजन मेकिंग की या डिसीजन लैन की पावर किहदे हत्थ च होएगी तो वह जी है वो लोक सभा के स्पीकर या राज्य सभा के चेयरमैन के पास होएगी। और इनकेस अगर स्टेट लैजिस्लेटिव असैंबलीज की गल की जाए तो वह भी जोड़ा है अपने स्टेट लैजिस्लेटिव असैंबलीज के स्पीकर के कोल ही इस रिगार्डिंग पावर होएगी, ठीक है जी। और इस तो इलावा इलैक्शन कमीशन ऑफ इंडिया जोड़ा है मतलब इंडिया के विच मोस्टली जोड़ा है इलैक्टोरल रोल भी बनाता है। एक चीज़ ये भी याद रखियो जी, जेडे अपने MPs की कॉन्स्टिट्यूएंसी होंगी हैगी है, ये भी कई बच्चों को कन्फ्यूजन होंगी है भी जी मतलब सपोज करो MP की जी कॉन्स्टिट्यूएंसी हैगी है इनू डिकलेयर करने का काम कौन करता है भी इलैक्शन कमीशन ऑफ इंडिया करता है। इस चीज़ का काम जोड़ा है जी डीलिमिटेशन कमीशन करता है। डीलिमिटेशन कमीशन जोड़ा है ये आर्टिकल 82 ऑफ कॉन्स्टिट्यूशन के अंडर जोड़ा है पार्लीमेंट द्वारा बनाया जाता है जी, ठीक है जी। डीलिमिटेशन कमीशन ही डिसाइड करता है कि अपने MPs की कॉन्स्टिट्यूएंसी के विच केड़ा एरिया आऊगा। तो डीलिमिटेशन कमीशन पार्लीमेंट द्वारा बाय लॉ के तौर पर बनाया जाता है। तो इस रिगार्डिंग जोड़ा है अज तक अगर पूछा जाए कितनी बार डीलिमिटेशन कमीशन बनाया गया तो हाले तक जोड़ा है जी 4 बार डीलिमिटेशन कमीशन गठित किया गया है, ठीक है जी। तो डीलिमिटेशन कमीशन ही MPs की कॉन्स्टिट्यूएंसी को डिसाइड करने का काम करता है ये चीज़, ठीक है जी। सो अज के सैशन के गाइज इन्ना ही। उम्मीद करते हैं जी ये सैशन थोड़े लिए किसी तरीके नाल फायदेमंद रहा होगा। मिलते हैं जी नैक्सट सैशन के, तब तक लिए ध्यान रखियो, टेक केयर, ठीक है जी।